ਹੋਰ ਚੀਜ਼ ਦੀ ਸਿਆਸਤ ਚੱਲ ਰਹੀ ਹੈ। ਐਨਆਰਆਈ ਵੀਰਾਂ ਨੂੰ ਬਦਨਾਮ ਕਰਨ ਦੇ ਨਾਲ ਇੱਕ ਇਹ ਵੀ ਚੀਜ਼ ਚੱਲ ਰਹੀ ਹੈ ਕਿ ਇਤਿਹਾਸਿਕ ਗੁਰਦੁਆਰਿਆਂ ਦੀ ਥਾਂ ਤੇ ਜਿਹੜੇ ਵੱਡੇ ਗੁਰਦੁਆਰੇ ਖੋਲ੍ਹੇ ਉਹਨਾਂ ਦੀ ਥਾਂ ਤੇ ਜੇਕਰ ਹਸਪਤਾਲ ਹੁੰਦੇ ਤੇ ਕੋਵਿਡ-19 ਨਾਂ ਦਾ ਜਿਹੜਾ ਵਾਇਰਸ ਪੰਜਾਬ ਦੇ ਵਿੱਚ ਪੈਰ ਪਾਏ ਨੇ ਸ਼ਾਇਦ ਇਹ ਨਾ ਪਾਉਂਦਾ। ਪਹਿਲੀ ਗੱਲ ਤਾਂ ਦੇਖੋ ਵੀ ਜਿਹੜੇ ਦੇਸ਼ਾਂ ਦੇ ਵਿੱਚ ਹਸਪਤਾਲ ਹਨ, ਜਿਨ੍ਹਾਂ ਦੀ ਮੈਡੀਕਲ ਫੈਸਿਲਿਟੀਜ਼ ਬਹੁਤ ਨੇ, ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹ ਦੇਸ਼ ਵੀ ਹੱਥ ਖੜੇ ਕਰ ਚੁੱਕੇ ਨੇ। ਇਟਲੀ ਵਰਗੇ ਦੇਸ਼। ਅਸੀਂ ਇਹ ਤਰਕ ਤਾਂ ਕਰ ਸਕਦੇ ਸੀ ਵੀ ਜੇ ਸਾਡੇ ਕੋਲ ਆਪਸ਼ਨ ਹੁੰਦੀ ਵੀ ਜਿਹੜਾ ਪੈਸਾ ਹਸਪਤਾਲਾਂ ਤੇ ਲਾਉਣਾ ਚਾਹੀਦਾ ਸੀ, ਸਿੱਖ ਕੌਮ ਉਹ ਪੈਸਾ ਹਸਪਤਾਲਾਂ ਤੇ ਲਾਉਣ ਦੀ ਬਜਾਏ ਗੁਰਦੁਆਰਿਆਂ ਤੇ ਲਾ ਰਹੇ ਨੇ। ਜ਼ਿੰਮੇਵਾਰ ਸਰਕਾਰ ਤੇ ਬਣਾਉਣ ਇਹ ਫੈਸਿਲਿਟੀਜ਼ ਦੇਣੀਆਂ ਕਿਵੇਂ ਨੇ? ਉਹਨਾਂ ਨੇ ਟੈਕਸ ਲੈ ਕੇ, ਟੈਕਸ ਉਹ ਲੈ ਰਹੀਆਂ ਨੇ। ਜਿਹੜੇ ਲੋਕ ਗੁਰਦੁਆਰਿਆਂ ਤੇ ਭੇਟਾਵਾਂ ਚੜਾ ਰਹੇ ਨੇ ਉਹ ਟੈਕਸ ਵੀ ਦੇ ਰਹੇ ਨੇ। ਛੋਟੀ ਤੋਂ ਛੋਟੀ ਚੀਜ਼ ਦੇ ਉੱਤੇ ਟੈਕਸ ਦਿੱਤਾ ਜਾ ਰਿਹਾ ਹੈ ਤੇ ਉਸ ਟੈਕਸ ਦੀ ਵਰਤੋਂ ਕਰਕੇ ਜੇ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਸੀ ਸਰਕਾਰ ਦੀ ਸੀ। ਕਿ ਵੀ ਚੀਜ਼ ਹੈ ਕਿ ਜੇਕਰ ਜਿਹੜੇ ਦੇਸ਼ਾਂ ਦੇ ਵਿੱਚੋਂ ਫੈਲਿਆ ਹੈ ਉੱਥੇ ਤੱਕ ਗੁਰਦੁਆਰੇ ਹੈ ਵੀ ਨਹੀਂ ਪਰ ਫਿਰ ਵੀ ਫੈਲ ਗਿਆ। ਪਰ ਇਹ ਚੀਜ਼ ਤੇ ਸਿਆਸਤ ਨਹੀਂ ਲੱਗਦੀ, ਸਿਆਸਤ ਕਰ ਰਹੇ ਨੇ। ਉਹ ਹੱਥ ਖੜੇ ਕਰ ਚੁੱਕੇ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਗੁਰਦੁਆਰੇ ਬਹੁਤ ਥੋੜੇ ਨੇ, ਜ਼ਿਆਦਾਤਰ ਹਸਪਤਾਲ ਹੀ ਦੇਖਣ ਨੂੰ ਮਿਲਣਗੇ। ਕਿ ਜੇ ਸਰਕਾਰ ਨੇ ਸਾਨੂੰ ਹਸਪਤਾਲਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਸਾਡੇ ਤੋਂ ਟੈਕਸ ਲੈ ਕੇ, ਤੇ ਦੋਸ਼ ਗੁਰਦੁਆਰਿਆਂ ਦਾ ਨਹੀਂ, ਦੋਸ਼ ਸਰਕਾਰਾਂ ਦਾ ਹੈ। ਇੱਕ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਵੱਡੇ ਬਾਬੇ ਸਨ ਜਾਂ ਜਿਹੜੇ ਇਦਾਂ ਦੇ ਸਨ ਜਿਹੜੇ ਗੱਲਾਂ ਕਰਦੇ ਸਨ ਭਲਾ ਕਰਨ ਦੀਆਂ, ਅੱਜ ਉਹ ਡਾਕਟਰਾਂ ਦੀਆਂ ਜਿਹੜੀਆਂ ਸਹਾਇਤਾ ਮੰਗ ਰਹੇ ਨੇ ਉਹ ਦਿਖਦੇ ਨਹੀਂ ਕਿਤੇ, ਉਹ ਡਾਕਟਰਾਂ ਦੇ ਪੈਰਾਂ ਦੇ ਵਿੱਚ ਬੈਠੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਲੋਕ ਪਖੰਡੀ ਸਨ, ਧਰਮ ਦੇ ਨਾਮ ਤੇ ਪਖੰਡ ਕਰਦੇ ਸਨ, ਉਹਨਾਂ ਦਾ ਪਰਦਾਫਾਸ਼ ਹੋ ਚੁੱਕਾ। ਮੈਂ ਪਿੱਛੇ ਜੇ ਪੜ੍ਹ ਰਿਹਾ ਸੀ ਇੱਕ ਨਾਸਤਿਕ ਦੀ ਪੋਸਟ ਹੈ, ਰੱਬ ਮਰ ਗਿਆ। ਕਮਾਲ ਹੋ ਗਈ ਇਹਨਾਂ ਲੋਕਾਂ ਦੀ ਮਾਨਸਿਕਤਾ ਦੀ। ਮਨੁੱਖ ਤੇ ਵੀ ਪਤਾ ਆਈ ਤੇ ਕਹਿੰਦੇ ਰੱਬ ਮਰ ਗਿਆ। ਜਿਹੜੇ ਪੰਛੀ, ਜਿਹੜੇ ਜਾਨਵਰ ਲੰਮੇ ਸਮੇਂ ਤੋਂ ਗੁਲਾਮੀ ਸਹਿ ਰਹੇ ਸਨ, ਅੱਜ ਉਹਨਾਂ ਨੂੰ ਖੁੱਲ੍ਹ ਮਿਲ ਰਹੀ ਹੈ ਤੇ ਕੀ ਉਹ ਕਹਿਣਗੇ ਅੱਜ ਰੱਬ ਜਿੰਦਾ ਹੋਇਆ? ਮੈਂ ਹਾਂ ਜਗਬੀਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਕੋਵਿਡ-19 ਨਾਮ ਦੇ ਵਾਇਰਸ ਬਾਰੇ। ਜਿਵੇਂ ਕਿ ਇਸ ਨੂੰ ਲੈ ਕੇ ਪੂਰੇ ਸੰਸਾਰ ਦੇ ਵਿੱਚ, ਪੂਰੀ ਜਗਤ ਦੇ ਵਿੱਚ ਇੱਕ ਦਹਿਸ਼ਤ ਫੈਲੀ ਹੋਈ ਹੈ ਕਿ ਇਹ ਜਿਹੜੀ ਭਿਆਨਕ ਬਿਮਾਰੀ ਆ, ਮੌਤ ਨੂੰ ਸੱਦਾ ਦੇਣ ਵਾਲਾ, ਇੱਕ ਦੂਸਰੇ ਤੋਂ ਫੈਲਣ ਵਾਲਾ ਜਿਹੜਾ ਇੱਕ ਵਾਇਰਸ ਹੈਗਾ। ਇਸੇ ਦੇ ਨਾਲ ਅਸੀਂ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਇਸ ਚੀਜ਼ ਦੀ ਇੱਕ ਸਿਆਸਤ ਛਿੜੀ ਹੋਈ ਹੈ। ਇਸ ਚੀਜ਼ ਦੇ ਨਾਮ ਤੇ ਇੱਕ ਸਿਆਸਤ ਕੀਤੀ ਜਾ ਰਹੀ ਹੈ ਲੀਡਰਾਂ ਵੱਲੋਂ। ਜਿਹੜਾ ਲੋਕਾਂ ਤੱਕ, ਭੁੱਖੇ ਲੋਕਾਂ ਤੱਕ ਜਿਹੜਾ ਭੋਜਨ ਪਹੁੰਚਾਇਆ ਜਾਂਦਾ, ਉਹਦੇ ਉੱਪਰ ਤਸਵੀਰਾਂ ਛਾਪੀਆਂ ਜਾਂਦੀਆਂ ਸਿਆਸੀ ਲੀਡਰਾਂ ਦੀਆਂ, ਖਾਸ ਤੌਰ ਤੇ ਉਸ ਉੱਪਰ ਤਸਵੀਰਾਂ ਲੱਗੀਆਂ ਹੋਈਆਂ। ਦੂਸਰੇ ਪਾਸੇ ਜੇਕਰ ਗੱਲ ਕਰੀਏ, ਕੁਝ ਸਿੱਖ ਸਾਡੇ ਆਗੂ ਹੈਗੇ ਨੇ ਜਿਹੜੇ ਨਿਸ਼ਕਾਮ ਤੱਕ ਸੇਵਾ ਕਰ ਰਹੇ ਨੇ, ਇਹ ਤਸਵੀਰਾਂ ਤੱਕ ਵੀ ਨਹੀਂ ਖਿੱਚ ਰਹੇ। ਇੱਕ ਹੋਰ ਇਸ ਚੀਜ਼ ਦੇ ਨਾਲ ਗੱਲ ਕਰੀਏ ਤਾਂ ਐਨਆਰਆਈ ਵੀਰਾਂ ਨੂੰ ਪੂਰਾ ਬਦਨਾਮ ਕੀਤਾ ਜਾ ਰਿਹਾ ਕਿ ਪੰਜਾਬ ਵਿੱਚ ਜਿਹੜਾ ਵਾਇਰਸ ਆਇਆ ਉਹ ਐਨਆਰਆਈ ਵੀਰਾਂ ਵੱਲੋਂ ਆਇਆ। ਇਸ ਸਾਰੀ ਗੱਲਬਾਤ ਅਸੀਂ ਕਰਾਂਗੇ। ਸਾਡੇ ਨਾਲ ਹਰਜੋਤ ਸਿੰਘ ਖਾਲਸਾ ਪ੍ਰਚਾਰਕ ਸਾਡੇ ਨਾਲ ਮੌਜੂਦ ਨੇ। ਅਸੀਂ ਸਾਰੀਆਂ ਗੱਲਾਂ ਦਾ ਜਵਾਬ ਲਵਾਂਗੇ ਇਹਨਾਂ ਨਾਲ। ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਚੀਜ਼ ਦੀ ਸਿਆਸਤ ਚੱਲ ਰਹੀ ਹੈ। ਐਨਆਰਆਈ ਵੀਰਾਂ ਨੂੰ ਬਦਨਾਮ ਕਰਨ ਦੇ ਨਾਲ ਇੱਕ ਇਹ ਵੀ ਚੀਜ਼ ਚੱਲ ਰਹੀ ਹੈ ਕਿ ਇਤਿਹਾਸਿਕ ਗੁਰਦੁਆਰਿਆਂ ਦੀ ਥਾਂ ਤੇ ਜਿਹੜੇ ਵੱਡੇ ਗੁਰਦੁਆਰੇ ਖੋਲ੍ਹੇ ਉਹਨਾਂ ਦੀ ਥਾਂ ਤੇ ਜੇਕਰ ਹਸਪਤਾਲ ਹੁੰਦੇ ਤੇ ਕੋਵਿਡ-19 ਨਾਂ ਦਾ ਜਿਹੜਾ ਵਾਇਰਸ ਪੰਜਾਬ ਦੇ ਵਿੱਚ ਪੈਰ ਪਾਏ ਨੇ ਸ਼ਾਇਦ ਇਹ ਨਾ ਪਾਉਂਦਾ। ਪਰ ਇੱਕ ਇਹ ਵੀ ਗੱਲ ਆ ਵੀ ਹਸਪਤਾਲ ਵੇਖ ਕੇ ਕਿ ਬਾਹਰੋਂ ਭੱਜ ਤਾਂ ਜਾਣਾ ਨਹੀਂ ਸੀ ਉਹਨੇ। ਪਰ ਦੂਸਰੀ ਗੱਲ ਇਹ ਆ ਵੀ ਉਹ ਕਹਿੰਦੇ ਨੇ ਕਿ ਜੇਕਰ ਹੁੰਦੇ ਤਾਂ ਇਸ 'ਤੇ ਕੰਟਰੋਲ ਜ਼ਰੂਰ ਪਾ ਲੈਣਾ ਸੀ। ਦੇਖੋ ਜੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਪਹਿਲੀ ਗੱਲ ਤਾਂ ਦੇਖੋ ਵੀ ਜਿਹੜੇ ਦੇਸ਼ਾਂ ਦੇ ਵਿੱਚ ਹਸਪਤਾਲ ਹਨ, ਜਿਨ੍ਹਾਂ ਦੀ ਮੈਡੀਕਲ ਫੈਸਿਲਿਟੀਜ਼ ਬਹੁਤ ਨੇ, ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹ ਦੇਸ਼ ਵੀ ਹੱਥ ਖੜੇ ਕਰ ਚੁੱਕੇ ਨੇ। ਇਟਲੀ ਵਰਗੇ ਦੇਸ਼, ਅਮਰੀਕਾ ਵਰਗੇ ਦੇਸ਼ ਹੱਥ ਖੜੇ ਕਰ ਚੁੱਕੇ ਨੇ ਤੇ ਉਹ ਲੋਕ ਅਰਦਾਸਾਂ ਕਰ ਰਹੇ ਨੇ। ਦੂਜੀ ਗੱਲ, ਅੱਜ ਤੁਸੀਂ ਦੇਖੀਏ ਵੀ ਕਈ ਸਿੱਖ ਨੌਜਵਾਨ ਵੀ ਇਹ ਸਵਾਲ ਉਠਾ ਰਹੇ ਨੇ ਵੀ ਹਸਪਤਾਲ ਹੋਣੇ ਚਾਹੀਦੇ ਨੇ, ਗੁਰਦੁਆਰੇ ਨਹੀਂ ਹੋਣੇ ਚਾਹੀਦੇ। ਇੱਥੇ ਮੈਂ ਇੱਕ ਦਲੀਲ ਜ਼ਰੂਰ ਦੇਣੀ ਚਾਹਾਂਗਾ। ਅਸੀਂ ਇਹ ਸੋਚੀਏ ਵੀ ਹਸਪਤਾਲ ਬਣਾਉਣ ਦਾ ਜ਼ਿੰਮੇਵਾਰ ਕੌਣ ਹੈ? ਅਸੀਂ ਇਹ ਤਰਕ ਤਾਂ ਕਰ ਸਕਦੇ ਸੀ ਵੀ ਜੇ ਸਾਡੇ ਕੋਲ ਆਪਸ਼ਨ ਹੁੰਦੀ ਵੀ ਜਿਹੜਾ ਪੈਸਾ ਹਸਪਤਾਲਾਂ ਤੇ ਲਾਉਣਾ ਚਾਹੀਦਾ ਸੀ, ਸਿੱਖ ਕੌਮ ਉਹ ਪੈਸਾ ਹਸਪਤਾਲਾਂ ਤੇ ਲਾਉਣ ਦੀ ਬਜਾਏ ਗੁਰਦੁਆਰਿਆਂ ਤੇ ਲਾ ਰਹੇ ਨੇ। ਫਿਰ ਤਾਂ ਇਹ ਸਵਾਲ ਬਣਦਾ ਸੀ ਵੀ ਗੁਰਦੁਆਰੇ ਕਿਉਂ ਬਣਾਇਆ, ਹਸਪਤਾਲ ਹੀ ਬਣਾ ਦਿੰਦੇ। ਪਰ ਸਾਨੂੰ ਇਹ ਦੇਖਣਾ ਪਵੇਗਾ ਕਿ ਹਸਪਤਾਲਾਂ ਲਈ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਹੈ ਸਰਕਾਰ ਤੇ ਬਣਾਉਣ ਇਹ ਫੈਸਿਲਿਟੀਜ਼ ਦੇਣੀਆਂ ਕਿਵੇਂ ਨੇ? ਉਹਨਾਂ ਨੇ ਟੈਕਸ ਲੈ ਕੇ, ਟੈਕਸ ਉਹ ਲੈ ਰਹੀਆਂ ਨੇ। ਜਿਹੜੇ ਲੋਕ ਗੁਰਦੁਆਰਿਆਂ ਤੇ ਭੇਟਾਵਾਂ ਚੜਾ ਰਹੇ ਨੇ ਉਹ ਟੈਕਸ ਵੀ ਦੇ ਰਹੇ ਨੇ। ਛੋਟੀ ਤੋਂ ਛੋਟੀ ਚੀਜ਼ ਦੇ ਉੱਤੇ ਟੈਕਸ ਦਿੱਤਾ ਜਾ ਰਿਹਾ ਹੈ
ਤੇ ਉਸ ਟੈਕਸ ਦੀ ਵਰਤੋਂ ਕਰਕੇ ਜੇ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਸੀ ਸਰਕਾਰ ਦੀ ਸੀ। ਜਿਹੜਾ ਪੈਸਾ ਗੁਰਦੁਆਰਿਆਂ ਤੇ ਲੱਗ ਰਿਹਾ ਹੈ ਉਹ ਪੈਸਾ ਜ਼ਿੰਮੇਵਾਰ ਨਹੀਂ ਹਸਪਤਾਲ ਬਣਾਉਣ ਤੇ। ਮੰਨ ਲਓ ਜੇ ਗੁਰਦੁਆਰਿਆਂ ਤੇ ਨਾਮ ਹੀ ਲਾਈਏ, ਕੀ ਉਹ ਫਿਰ ਹਸਪਤਾਲਾਂ ਤੇ ਲੱਗਣਾ ਸੀ? ਸਾਨੂੰ ਇਹ ਦੇਖਣਾ ਪਵੇਗਾ ਵੀ ਹਸਪਤਾਲਾਂ ਬਣਨ ਲਈ ਜ਼ਿੰਮੇਵਾਰ ਕੌਣ ਹੈ। ਟੈਕਸ ਜ਼ਿੰਮੇਵਾਰ ਹੈ, ਸਰਕਾਰਾਂ ਨੇ ਬਣਾਉਣਾ ਹੈ। ਇੱਕ ਇਹ ਵੀ ਚੀਜ਼ ਹੈ ਕਿ ਜੇਕਰ ਜਿਹੜੇ ਦੇਸ਼ਾਂ ਦੇ ਵਿੱਚੋਂ ਫੈਲਿਆ ਹੈ ਉੱਥੇ ਤੱਕ ਗੁਰਦੁਆਰੇ ਹੈ ਵੀ ਨਹੀਂ ਪਰ ਫਿਰ ਵੀ ਫੈਲ ਗਿਆ, ਪਰ ਇਹ ਚੀਜ਼ ਤੇ ਸਿਆਸਤ ਨਹੀਂ ਲੱਗਦੀ, ਸਿਆਸਤ ਕਰ ਰਹੇ ਨੇ। ਜੀ ਬਿਲਕੁਲ, ਮੈਂ ਇਹ ਸੋਚਦਾ ਵੀ ਇਹਨੂੰ ਤੁਸੀਂ ਅਨਪੜ੍ਹਤਾ ਕਹਿ ਲਵੋ ਜਾਂ ਇਹਨੂੰ ਬਿਲਕੁਲ ਨੈਗੇਟਿਵ ਮਾਈਂਡ ਕਹਿ ਲਵੋ, ਵੀ ਜਿੰਨੇ ਬਸ ਨੈਗੇਟਿਵ ਹੋ ਕੇ ਹੀ ਸੋਚਣਾ ਹੈ। ਇਹ ਗੱਲ ਜਿਵੇਂ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਵੱਡੇ ਵੱਡੇ ਦੇਸ਼ ਜਿਹੜੇ ਮੈਡੀਕਲ ਫੈਸਿਲਿਟੀਜ਼ ਦੇ ਵਿੱਚੋਂ ਨੰਬਰ 1 ਨੰਬਰ 2 ਤੇ ਆਉਂਦੇ ਨੇ, ਉਹ ਹੱਥ ਖੜੇ ਕਰ ਚੁੱਕੇ ਨੇ। ਜਿਨ੍ਹਾਂ ਦੇਸ਼ਾਂ ਦੇ ਵਿੱਚ ਗੁਰਦੁਆਰੇ ਬਹੁਤ ਥੋੜੇ ਨੇ, ਜ਼ਿਆਦਾਤਰ ਹਸਪਤਾਲ ਹੀ ਦੇਖਣ ਨੂੰ ਮਿਲਣਗੇ, ਉਹ ਜੇ ਕੰਟਰੋਲ ਨਹੀਂ ਕਰ ਪਾਏ ਤੇ ਮੇਰੇ ਖਿਆਲ ਹਿੰਦੁਸਤਾਨ ਦੇ ਵਿੱਚ ਉਹਨਾਂ ਤਾਂ ਨਹੀਂ ਨਾ ਹੈਗਾ ਹਜੇ। ਹਿੰਦੁਸਤਾਨ ਦੇ ਵਿੱਚ ਗੁਰਦੁਆਰੇ ਜ਼ਿਆਦੇ ਨੇ, ਹਸਪਤਾਲ ਘੱਟ ਨੇ। ਔਰ ਜੇ ਹਸਪਤਾਲਾਂ ਦੀ ਗੱਲ ਕਰੀਏ, ਹਸਪਤਾਲ ਹਨ ਕਿੰਨੇ, ਪ੍ਰਾਈਵੇਟ ਹਸਪਤਾਲ ਨੇ, ਮੰਨ ਲਓ ਕਿੰਨੇ ਹਸਪਤਾਲ ਨੇ, ਉਹ ਕਿੰਨੀ ਕੁ ਮਦਦ ਕਰ ਰਹੇ ਨੇ ਇਹਨਾਂ ਮਰੀਜ਼ਾਂ ਦੀ। ਸ਼ੁਰੂ ਦੇ ਵਿੱਚ ਤਾਂ ਓਪੀਡੀ ਤੱਕ ਵੀ ਬੰਦ ਕਰ ਦਿੱਤੀ ਸੀਗੀ ਪਹਿਲਾਂ, ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਉਹਨਾਂ ਓਪੀਡੀ ਚਾਲੂ ਕੀਤੀ। ਜੀ ਬਿਲਕੁਲ, ਕਿੰਨੇ ਹਸਪਤਾਲ ਪਹਿਲਾਂ ਬੰਦ ਰਹੇ ਨੇ, ਬਾਅਦ ਚ ਸਰਕਾਰ ਦੀਆਂ ਹਦਾਇਤਾਂ ਤੇ ਖੁੱਲੇ ਨੇ। ਮੈਂ ਤਾਂ ਦੇਖਣ ਦੇ ਵਿੱਚ ਆਇਆ, ਸਾਡੇ ਨੇੜੇ ਇੱਥੇ ਡਾਕਟਰ ਹੈਗਾ, ਮੈਂ ਨਾਮ ਨਹੀਂ ਨਸ਼ਰ ਕਰਨਾ ਚਾਹੁੰਦਾ ਕਿਸੇ ਦਾ, ਉਹ ਈਵਨ ਮਰੀਜ਼ਾਂ ਦੇ ਨੇੜੇ ਵੀ ਨਹੀਂ ਜਾ ਰਿਹਾ, ਹੱਥ ਵੀ ਨਹੀਂ ਦੇਖ ਰਿਹਾ। ਕੋਈ ਬਿਮਾਰ ਬੰਦਾ ਚਲਾ ਜਾਂਦਾ ਹੈ ਨਾ, ਹੱਥ ਤੱਕ ਨਹੀਂ ਦੇਖ ਰਹੇ, ਆਪਦੇ ਨਰਸਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਦੇਖੋ, ਨੇੜੇ ਵੀ ਨਹੀਂ ਹੋ ਰਹੇ। ਤਾਂ ਵੱਡੇ ਵੱਡੇ ਡਾਕਟਰ ਕਤਰਾ ਰਹੇ ਨੇ, ਜਿਹੜੇ ਹਸਪਤਾਲ ਨੇ ਉਹ ਡਰ ਰਹੇ ਨੇ, ਉਹ ਵੀ ਭੱਜ ਰਹੇ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ। ਠੀਕ ਹੈ, ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸਰਕਾਰਾਂ ਦੀਆਂ ਹਦਾਇਤਾਂ ਨੂੰ ਪਾਲਣ ਕਰਦਿਆਂ ਕਈ ਨਰਸਾਂ, ਕਈ ਡਾਕਟਰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੇ ਇਹਨਾਂ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ। ਮੈਂ ਹਰ ਗੱਲ ਨੂੰ ਨੈਗੇਟਿਵ 'ਚ ਨਹੀਂ ਲੈਣਾ ਚਾਹੁੰਦਾ ਇਸ ਪੱਖ ਤੋਂ, ਉਹਨਾਂ ਨੂੰ ਵੀ ਸਲਾਮ ਬਣਦਾ ਹੈ। ਪਰ ਜੇ ਇਹ ਕਹਿਣਾ ਵੀ ਹਸਪਤਾਲ ਹੋਣੇ ਚਾਹੀਦੇ ਨੇ, ਗੁਰਦੁਆਰੇ ਨਹੀਂ, ਤੇ ਮੈਂ ਇਹ ਸੋਚਦਾ ਹਾਂ ਕਿ ਜੇ ਸਰਕਾਰ ਨੇ ਸਾਨੂੰ ਹਸਪਤਾਲਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਸਾਡੇ ਤੋਂ ਟੈਕਸ ਲੈ ਕੇ, ਤੇ ਦੋਸ਼ ਗੁਰਦੁਆਰਿਆਂ ਦਾ ਨਹੀਂ, ਦੋਸ਼ ਸਰਕਾਰਾਂ ਦਾ ਹੈ। ਸਾਨੂੰ ਇਹ ਸੋਚਣਾ ਪਵੇਗਾ। ਇੱਕ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਵੱਡੇ ਵੱਡੇ ਬਾਬੇ ਸਨ ਜਾਂ ਜਿਹੜੇ ਇੱਦਾਂ ਦੇ ਸਨ, ਜਿਹੜੇ ਗੱਲਾਂ ਕਰਦੇ ਸਨ ਭਲਾ ਕਰਨ ਦੀਆਂ, ਅੱਜ ਉਹ ਡਾਕਟਰਾਂ ਦੀਆਂ ਜਿਹੜੀਆਂ ਸਹਾਇਤਾ ਮੰਗ ਰਹੇ ਨੇ, ਉਹ ਦਿਖਦੇ ਨਹੀਂ ਕਿਤੇ, ਉਹ ਡਾਕਟਰਾਂ ਦੇ ਪੈਰਾਂ ਦੇ ਵਿੱਚ ਬੈਠੇ ਨੇ। ਦੇਖੋ ਜੀ, ਇਹਦੇ 'ਚ ਦੋਨੋਂ ਪੱਖਾਂ ਦੇ ਵਿਚਾਰ ਬਣਦੀ ਹੈ। ਪਹਿਲੀ ਗੱਲ ਤਾਂ ਇਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਲੋਕ ਪਖੰਡੀ ਸਨ, ਧਰਮ ਦੇ ਨਾਮ ਤੇ ਪਖੰਡ ਕਰਦੇ ਸਨ, ਉਹਨਾਂ ਦਾ ਪਰਦਾਫਾਸ਼ ਹੋ ਚੁੱਕਾ ਹੈ। ਜਿਹੜੇ ਲੋਕ ਗੱਲਾਂ ਕਰਦੇ ਸਨ ਵੀ ਅਸੀਂ ਤੁਹਾਡਾ ਭਵਿੱਖ ਦੱਸਾਂਗੇ, ਫਲਾਣਾ ਤਵੀਤ ਲੈ ਜਾਓ, ਤੁਹਾਡਾ ਰੋਗ ਠੀਕ ਕਰ ਦੇਵਾਂਗੇ, ਕਈ ਧੌਲੇ ਪਾਉਂਦੇ ਸੀ, ਕਈ ਕਿਸੇ ਕਿਸਮ ਦਾ ਪਖੰਡ ਕਰਦੇ ਸੀ ਵੀ ਆਹ ਤੁਹਾਡੀ ਬਿਮਾਰੀ ਠੀਕ ਕਰ ਦੇਵਾਂਗੇ। ਅੱਜ ਇਹੋ ਜਿਹੇ ਹਾਲਾਤ ਆਏ ਤੇ ਲੋਕ ਉਹ ਲੁਕ ਕੇ ਬੈਠ ਗਏ ਨੇ। ਇਹਨਾਂ ਹਾਲਾਤਾਂ ਨੇ ਉਹਨਾਂ ਦਾ ਪਰਦਾ ਬਿਲਕੁਲ ਫਾਸ਼ ਕਰ ਦਿੱਤਾ ਹੈ। ਸਾਨੂੰ ਇਹ ਗੱਲ ਮੰਨਣੀ ਪਵੇਗੀ। ਪਰ ਨਾਲ ਮੈਂ ਇਹ ਵੀ ਬੇਨਤੀ ਕਰਾਂਗਾ, ਦੇਖੋ ਬਗਲੇ ਦਾ ਰੰਗ ਚਿੱਟਾ ਹੈ, ਹੰਸ ਦਾ ਵੀ ਰੰਗ ਚਿੱਟਾ ਹੈ। ਬਗਲੇ ਦਾ ਰੰਗ ਚਿੱਟਾ ਹੈ ਪਰ ਉਹ ਡੱਡੂ ਖਾਂਦਾ ਹੈ, ਮੱਛੀਆਂ ਖਾਂਦਾ ਹੈ, ਗੰਦ ਖਾਂਦਾ ਹੈ। ਪਰ ਹੰਸ ਚਿੱਟਾ ਹੋ ਕੇ ਵੀ ਕਦੀ ਮੱਛੀਆਂ, ਡੱਡੂ, ਗੰਦ ਨਹੀਂ ਖਾਏਗਾ। ਉਹ ਜਦੋਂ ਵੀ ਚੁਗੇਗਾ ਮੋਤੀ ਚੁਗੇਗਾ, ਜਦੋਂ ਵੀ ਚੁਗੇਗਾ ਉਹ ਪਾਣੀ ਨਖੇੜ ਕੇ ਵਿੱਚੋਂ ਦੁੱਧ ਚੁਗੇਗਾ। ਅਸੀਂ ਬਗਲਿਆਂ ਦੇ ਕਰਕੇ ਕਦੀ ਹੰਸਾਂ ਨੂੰ ਨਿੰਦ ਨਹੀਂ ਸਕਦੇ। ਜਿਹੜੇ ਲੋਕ ਧਰਮ ਦਾ ਪਹਿਰਾਵਾ ਪਾ ਕੇ ਪਖੰਡ ਕਰ ਰਹੇ ਨੇ, ਉਹਨਾਂ ਦੇ ਕਰਕੇ ਅਸੀਂ ਸਹੀ ਧਰਮੀਆਂ ਨੂੰ ਨਹੀਂ ਨਿੰਦ ਸਕਦੇ, ਕਿਉਂਕਿ ਕਿੰਨੇ ਧਰਮੀ ਐਸੇ ਨੇ ਜਿਹੜੇ ਧਰਮ ਦਾ ਸਹੀ ਅਮਲ ਕਰ ਰਹੇ ਨੇ। ਕਈ ਸੰਸਥਾਵਾਂ ਜਿਹੜੀਆਂ ਨੇ ਉਹ ਕੀ ਕਰ ਰਹੇ ਨੇ, ਧਰਮ ਦੇ ਤਾਂ ਅਮਲ ਕਰ ਰਹੇ ਨੇ, ਲੋਕਾਂ ਦੀ ਸੇਵਾ ਕਰ ਰਹੇ ਨੇ, ਤੇ ਫਿਰ ਅਸੀਂ ਸਾਰਿਆਂ ਨੂੰ ਇੱਕੋ ਤੱਕੜੀ 'ਚ ਤੋਲ ਕੇ ਕਿਵੇਂ ਨਿੰਦ ਸਕਦੇ ਹਾਂ? ਤਾਂ ਇਹ ਗੱਲ ਜਾਇਜ਼ ਨਹੀਂ ਹੈ ਮੇਰੇ ਖਿਆਲ 'ਚ। ਇੱਕ ਹੋਰ ਵੀ ਗੱਲਾਂ ਸਾਹਮਣੇ ਆਉਂਦੀਆਂ, ਜਿਵੇਂ ਕਿ ਲੋਕ ਕਹਿੰਦੇ ਨੇ ਕਿ ਬਾਬੇ ਤਾਂ ਜਿਵੇਂ ਅੰਦਰ ਬੈਠ ਗਏ, ਪਰ ਇੱਕ ਇਹ ਵੀ ਚੀਜ਼ ਸਾਹਮਣੇ ਆਉਂਦੀ, ਜਿਵੇਂ ਰਾਸ਼ੀ ਫਲਾਂ ਵਾਲੇ ਜਿਹੜੇ ਬਾਬੇ ਅੱਜ ਵੀ ਹੈਗੇ ਨੇ, ਉਹ ਅੱਜ ਵੀ ਜਿਵੇਂ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਆਉਂਦੀਆਂ ਨੇ ਕਿ ਜਾਂ ਉਹਨਾਂ ਦੀ ਐਡ ਆਉਂਦੀ ਹੈ ਕਿ ਤੁਹਾਡੀ ਯਾਤਰਾ ਸਫਲ ਰਹੇਗੀ, ਆਹ ਰਾਸ਼ੀ ਫਲ ਲਈ ਅੱਜ ਯਾਤਰਾ ਸਫਲ ਰਹੇਗੀ, ਆਹ ਰਾਸ਼ੀ ਫਲ ਦੀ ਸਿਹਤ ਪੱਖੋਂ ਸਹੀ ਰਹੂਗਾ, ਜਾਂ ਇੱਦਾਂ ਦੀਆਂ ਗੱਲਾਂ ਅੱਜ ਵੀ ਸਾਹਮਣੇ ਆਉਂਦੀਆਂ। ਉਹ ਰਾਸ਼ੀ ਫਲ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਪਖੰਡਵਾਦੀ ਇੱਕ? ਦੇਖੋ ਜੀ, ਬਿਲਕੁਲ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਰੋਜ਼, ਅੰਤ ਨਾ ਸਿਫਤੀ ਕਹਿਨ ਨਾ ਅੰਤ। ਇਸ ਪੂਰੀ ਪੌੜੀ ਨੂੰ ਪੜ੍ਹ ਕੇ ਦੇਖ ਲਈਏ, ਮਹਾਰਾਜ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਪਰਮਾਤਮਾ, ਉਹਦੇ ਹੁਕਮ ਦੀ ਤੇ ਉਹਦੀ ਕੁਦਰਤ ਦਾ ਕਦੀ ਅੰਤ ਨਹੀਂ ਪੈ ਸਕਦਾ। ਜਿਹੜੇ ਲੋਕ ਰਾਸ਼ੀ ਫਲ ਵਰਗੇ ਪਖੰਡ ਕਰਦੇ ਨੇ ਵੀ ਅੱਜ ਤੁਹਾਡੀ ਯਾਤਰਾ ਸਫਲ ਹੋਵੇਗੀ ਕਿ ਨਹੀਂ ਹੋਵੇਗੀ, ਅੱਜ ਤੁਹਾਡਾ ਕੰਮ ਪੂਰਾ ਹੋਵੇਗਾ ਕਿ ਨਹੀਂ ਹੋਵੇਗਾ, ਆਓ ਤੁਹਾਨੂੰ ਰਿਸ਼ਤੇ ਕਰਾ ਦਾਂਗੇ, ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਦਾ ਅੱਜ ਪਖੰਡ ਤੋਂ ਪਰਦਾ ਚੁੱਕਿਆ ਜਾ ਚੁੱਕਾ ਹੈ। ਬਸ ਗੱਲ ਇਹ ਆ ਵੀ ਸਾਡੇ ਲੋਕ ਸਮਝ ਜਾਣ। ਗੁਰੂ ਸਾਹਿਬ ਨੇ ਇਹਨਾਂ ਹਾਲਾਤਾਂ ਤੋਂ ਅੱਜ ਸਪਸ਼ਟ ਕਰ ਦਿੱਤਾ ਹੈ। ਗੁਰਬਾਣੀ ਦੀ ਇਸ ਗੱਲ ਤੇ ਅੱਜ ਮੋਹਰ ਲੱਗ ਰਹੀ ਹੈ, ਹਾਲਾਂਕਿ ਗੁਰਬਾਣੀ ਪਹਿਲਾਂ ਹੀ ਸਪਸ਼ਟ ਸੀ, ਪਰ ਇਹ ਹਾਲਾਤ ਅੱਜ ਸਾਬਤ ਕਰ ਰਹੇ ਨੇ ਕਿ ਉਹਦਾ ਅੰਤ ਨਹੀਂ ਕਦੀ ਪਾਇਆ ਜਾ ਸਕਦਾ। ਤੇ ਜਿਹੜੇ ਲੋਕ
ਇਹ ਕਹਿੰਦੇ ਨੇ ਵੀ ਆਓ ਦੱਸੀਏ ਕੱਲ ਨੂੰ ਕੀ ਹੋਏਗਾ ਤੁਹਾਡੇ ਨਾਲ, ਉਹ ਅੰਤ ਪਾਉਣ ਦਾ ਯਤਨ ਕਰ ਰਹੇ ਨੇ ਅਸਲ ਦੇ ਵਿੱਚ। ਤੇ ਉਹ ਇੱਕ ਹਿਸਾਬ ਦਾ ਗੁਰਬਾਣੀ ਤੇ ਤਰਕ ਕਰ ਰਹੇ ਨੇ, ਪਰਮਾਤਮਾ ਤੇ ਤਰਕ ਕਰ ਰਹੇ ਨੇ। ਪਰ ਅੱਜ ਲੋਕ ਸੁਚੇਤ ਹੋ ਜਾਣ ਕਿ ਉਹਨਾਂ ਦਾ ਪਖੰਡ ਅੱਜ ਉਗੜ ਰਿਹਾ ਹੈ। ਅਸੀਂ ਕਦੀ ਵੀ ਇਹ ਨਹੀਂ ਪ੍ਰੈਡਿਕਟ ਕਰ ਸਕਦੇ ਵੀ ਅਗਲੇ ਸਵਾਸ 'ਚ ਵੀ ਕੀ ਹੋਣਾ ਹੈ। ਮੈਂ ਨਿੱਕਾ ਜਿਹਾ ਤਜਰਬਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਪਿੱਛੇ ਜੇ ਮੈਨੂੰ ਇੱਕ ਸਤਿਕਾਰਯੋਗ ਸੱਜਣ ਮਿਲਿਆ, ਉਮਰ ਮੇਰੇ ਤੋਂ ਵੱਡੀ ਸੀ, ਮੈਂ ਸਤਿਕਾਰਯੋਗ ਕਵਾਂਗਾ, ਪਰ ਉਹ ਵੀਰ ਅਕਸਰ ਇਹ ਗੱਲਾਂ ਕਰ ਰਹੇ ਸਨ ਵੀ ਮੈਨੂੰ ਆਉਣ ਵਾਲੇ ਸਮੇਂ ਦਾ ਪਤਾ ਹੈ, ਕੋਈ ਸੰਕਟ ਆਉਣਾ ਹੈ, ਸਾਨੂੰ ਲੰਮਾ ਸਮਾਂ ਘਰਾਂ ਦੇ ਵਿੱਚ ਬੈਠਣਾ ਪਏਗਾ, ਰਾਸ਼ਨ ਪਾਣੀ ਘਰੇ ਹੀ ਲਿਆ ਕੇ ਰੱਖ ਲਓ, ਐਸੀ ਗੱਲਾਂ ਕਰ ਰਹੇ ਸਨ। ਤੇ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਵੀ ਕਿਉਂਕਿ ਕਈਆਂ ਦੇ ਨਾ, ਚਲੋ ਮੰਨ ਲਓ ਵੀ ਇਤਫਾਕ ਨਾਲ ਤੁੱਕੇ ਸੱਚ ਹੋ ਗਏ, ਮੰਨ ਲਓ ਜੀ, ਮੈਂ ਇਹ ਸੋਚਦਾ ਵੀ ਚਲੋ 1% ਕਿਸੇ ਦਾ ਤੁੱਕਾ ਸੱਚ ਵੀ ਹੋ ਗਿਆ, ਪਰ ਇੱਕ ਸਵਾਲ ਉਹਨਾਂ ਤੇ ਇਹ ਬਣਦਾ ਹੈ ਵੀ ਜੇ ਮੰਨ ਲਓ ਉਹਨਾਂ ਨੂੰ ਸੋਝੀ ਆ ਵੀ ਗਈ, 1% ਮੰਨ ਲਈਏ ਵੀ ਸੱਚ ਹੈ ਉਹਨਾਂ ਦੀ ਗੱਲ, ਜੇ ਉਹਨਾਂ ਨੂੰ ਸੋਝੀ ਆ ਵੀ ਗਈ ਸੀ ਵੀ ਆਹ ਸੰਕਟ ਆਉਣਾ ਹੈ, ਪਰ ਉਹਨਾਂ ਦੀ ਇਸ ਸੋਝੀ ਨਾਲ ਕਿੰਨਾ ਕੁ ਮਨੁੱਖਤਾ ਦਾ ਭਲਾ ਹੋਇਆ। ਗੁਰੂ ਨਾਨਕ ਨੂੰ ਸੋਝੀ ਆਈ, ਗੁਰੂ ਨਾਨਕ ਸਾਹਿਬ ਨੂੰ ਬ੍ਰਹਿਮੰਡ ਦਾ ਗਿਆਨ ਸੀ ਤੇ ਉਹਨਾਂ ਨੇ ਉਸ ਗਿਆਨ ਦੀ ਵਰਤੋਂ ਕਰਕੇ ਮਨੁੱਖਤਾ ਦਾ ਭਲਾ ਕੀਤਾ। ਜਿਹੜੇ ਸੰਕਟ ਨਾਲ ਮਨੁੱਖਤਾ ਦਾ ਘਾਣ ਹੋਣਾ ਸੀ, ਮਹਾਰਾਜ ਨੇ ਸੁਚੇਤ ਕੀਤਾ, ਉਹਨਾਂ ਦੀ ਮਦਦ ਕੀਤੀ, ਉਹੋ ਜਿਹੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ। ਗੁਰੂ ਸਾਹਿਬ ਨੇ ਮਰਿਆਦਾ ਲਾਗੂ ਕੀਤੀ, ਇਹੋ ਜਿਹੀਆਂ ਫੈਸਿਲਿਟੀਜ਼ ਦਿੱਤੀਆਂ, ਉਹ ਲਾਗੂ ਕੀਤਾ ਤਾਂ ਕਿ ਮਨੁੱਖਤਾ ਬਚ ਸਕੇ। ਜੇ ਕਿਸੇ ਨੂੰ ਇਹੋ ਜਿਹੀ ਗੱਲ ਪਤਾ ਲੱਗ ਵੀ ਗਈ, ਮੰਨ ਲਈਏ, ਕੀ ਉਹਨਾਂ ਨੇ ਮਨੁੱਖਤਾ ਦਾ ਭਲਾ ਕਰਤਾ? ਕੀ ਕਿਸੇ ਮਰੀਜ਼ ਨੂੰ ਬਚਾ ਲਿਆ? ਕੀ ਕਿਸੇ ਘਰ ਉਹਨਾਂ ਨੇ ਭੋਜਨ ਪਹੁੰਚਾ ਲਿਆ? ਤਾਂ ਗੱਲ ਇਹ ਆ ਵੀ ਗੁਰਬਾਣੀ ਦੇ ਮੁਤਾਬਕ ਫਿਊਚਰ ਜਾਣ ਲੈਣਾ ਇਹ ਸਾਡਾ ਕੰਮ ਨਹੀਂ ਹੈ। ਪਰਮਾਤਮਾ ਦੇ ਕੰਮ ਪਰਮਾਤਮਾ ਦੇ ਛੱਡੀਏ, ਉਹਦਾ ਕਦੀ ਅੰਤ ਨਹੀਂ ਪੈ ਸਕਦਾ। ਤੇ ਅਸੀਂ ਸੁਚੇਤ ਹੋਈਏ ਕਿ ਅੱਗੇ ਤੋਂ ਇਹੋ ਜਿਹੇ ਪਖੰਡੀਆਂ ਤੇ ਅਸੀਂ ਕਦੀ ਭਰੋਸਾ ਨਹੀਂ ਕਰਾਂਗੇ। ਇੱਕ ਜਿਵੇਂ ਆਪਾਂ ਪਖੰਡੀਆਂ ਦੀ ਗੱਲ ਕਰ ਰਹੇ ਹਾਂ, ਹੁਣ ਭਾਰਤ ਦੀ ਗੱਲ ਹੀ ਚੱਲ ਰਹੀ ਸੀਗੀ, ਜਿਵੇਂ ਕਿ ਪੂਰੇ ਸੰਸਾਰ ਦੇ ਵਿੱਚ ਇਹ ਮਹਾਂਮਾਰੀ ਫੈਲੀ ਹੋਈ ਆ, ਮੌਤਾਂ ਦੀ ਜਿਹੜੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਆ, ਪਰ ਇੱਕ ਪਾਸੇ ਸਾਡੇ ਭਾਰਤ ਦੇ ਵਿੱਚ ਜਦੋਂ ਇਹ ਬਿਮਾਰੀ ਆਈ ਤਾਂ ਉਦੋਂ ਭਾਂਡੇ ਖੜਕਾਏ ਗਏ, ਢੋਲ ਤੱਕ ਕੁੱਟੇ ਗਏ। ਹੁਣ ਥੋੜ੍ਹੇ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਦਰੇਸ਼ਾਂ ਹੇਠ ਜਿਹੜੀ ਗੱਲਬਾਤ ਹੋਈ ਆ ਕਿ ਜਿਹੜੇ ਇੱਥੇ ਮੋਮਬੱਤੀਆਂ ਜਗਾਈਆਂ ਜਾਣ, ਲਾਈਟਾਂ ਬੰਦ ਕੀਤੀਆਂ ਜਾਣ, ਮੋਬਾਈਲ ਦੀਆਂ ਲਾਈਟਾਂ ਜਗਾਈਆਂ ਜਾਣ, ਉਹ ਤੋਂ ਵੀ ਲੋਕਾਂ ਨੇ ਭਾਂਡੇ ਤੱਕ ਕੁੱਟੇ ਆਪਦੇ ਘਰਾਂ ਦੇ, ਢੋਲ ਤੱਕ ਵਜਾਏ ਆ। ਉਸ ਤੋਂ ਬਾਅਦ ਇੱਕ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ, ਕਿਸੇ ਦੀਆਂ ਝੁੱਗੀਆਂ ਝੌਂਪੜੀਆਂ ਸੜਨੀਆਂ, ਜਾਂ ਕਿਸੇ ਨੇ ਮੂੰਹ 'ਚ ਪੈਟਰੋਲ ਪਾ ਕੇ ਅੱਗ ਲਾਈ ਤਾਂ ਉਹਨਾਂ ਨੂੰ ਆਪ ਨੂੰ ਅੱਗ ਪਈ, ਹੋਈਆਂ ਅਨੇਕਾਂ ਵੀਡੀਓ ਸਾਹਮਣੇ ਆਈਆਂ। ਤੁਹਾਨੂੰ ਲੱਗਦਾ ਕਿ ਇਹ ਦੇਸ਼ ਖੁਸ਼ੀ ਮਨਾ ਰਿਹਾ, ਇੱਕ ਬਿਮਾਰੀ ਸੰਕਟ ਦੇ ਵਿੱਚ ਵੀ ਇਹ ਖੁਸ਼ੀ ਮਨਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ? ਦੇਖੋ, ਹਰ ਕੋਈ ਵੱਖ-ਵੱਖ ਦਲੀਲਾਂ ਦੇ ਰਿਹਾ, ਕੋਈ ਇਹਨੂੰ ਖੁਸ਼ੀ ਦਾ ਨਾਮ ਦੇ ਰਿਹਾ ਹੈ, ਕੋਈ ਇਹਨੂੰ ਕਹਿ ਰਿਹਾ ਵੀ ਇਹਦੇ ਨਾਲ ਪੋਜ਼ਿਟਿਵਿਟੀ ਆਏਗੀ। ਪਰ ਮੈਂ ਇੱਕ ਪੱਕੇ ਤੌਰ 'ਤੇ ਕਹਾਂ ਵੀ ਪਹਿਲੀ ਤਾਂ ਗੱਲ, ਇਹ ਸਭ ਕੁਛ ਅਨਪੜ੍ਹਤਾ ਦਾ ਪ੍ਰਤੀਕ ਹੈ। ਪਹਿਲਾਂ ਤਾਂ ਇਹੋ ਜਿਹਾ ਆਗੂ ਜਿਹੜਾ ਇਹੋ ਜਿਹੀਆਂ ਹਦਾਇਤਾਂ ਦਿੰਦਾ, ਦੂਜੇ ਪਾਸੇ ਉਹੋ ਜਿਹੇ ਲੋਕ ਜਿਹੜੇ ਮਗਰ ਲੱਗ ਵੀ ਜਾਂਦੇ ਨੇ, ਕੋਈ ਵੀ ਗੱਲ ਕਹਿਤੀ ਮਗਰ ਲੱਗਤਾ। ਸਾਨੂੰ ਇਹ ਸੋਚਣਾ ਪਏਗਾ ਵੀ ਪਿੱਛੇ ਜੇ ਭਾਈ ਨਿਰਮਲ ਸਿੰਘ ਜੀ ਵਰਗੇ ਸਾਡੇ ਕੌਮ ਦੇ ਹੀਰੇ ਅਕਾਲ ਚਲਾਣਾ ਕੀਤੇ ਨੇ, ਤੇ ਜਿਨ੍ਹਾਂ ਦੇ ਮੂੰਹ ਤੇ ਦਾੜੀਆਂ ਨੇ, ਸਿਰ ਤੇ ਦਸਤਾਰਾਂ ਨੇ, ਗੁਰੂ ਨਾਨਕ ਸਾਹਿਬ ਨੂੰ ਗੁਰੂ ਕਹਿੰਦੇ ਨੇ, ਤੇ ਫਿਰ ਵੀ ਇਹੋ ਜਿਹੇ ਕੰਮ ਕਰ ਰਹੇ ਨੇ। ਇਹ ਗੱਲ ਇੱਥੋਂ ਪ੍ਰਤੀਕ ਹੁੰਦੀ ਆ ਵੀ ਉਹਨਾਂ ਨੇ ਗੁਰੂ ਨਾਨਕ ਨੂੰ ਗੁਰੂ ਤਾਂ ਕਹਿ ਲਿਆ, ਪਰ ਗੁਰੂ ਮੰਨਿਆ ਨਹੀਂ। ਦੂਜੀ ਗੱਲ, ਜਿਹੜੇ ਲੋਕ ਇਹ ਦਲੀਲਾਂ ਦਿੰਦੇ ਨੇ ਵੀ ਮੋਮਬੱਤੀਆਂ ਜਗਾਉਣ ਦੇ ਨਾਲ ਪੋਜ਼ਿਟਿਵਿਟੀ ਆਏਗੀ, ਇੱਥੇ ਮੈਂ ਇੱਕ ਸਪਸ਼ਟ ਕਹਿਣਾ ਚਾਹੁੰਦਾ। ਹੁਣ ਤੁਸੀਂ ਦੇਖੋ ਵੀ ਜਿਹੜੇ ਪੂਰਾ ਪਰਿਵਾਰ ਮੋਮਬੱਤੀਆਂ ਲੈ ਕੇ ਬਨੇਰਿਆਂ ਤੇ ਚੜ੍ਹ ਗਿਆ ਤੇ ਕਹਿੰਦਾ ਪੋਜ਼ਿਟਿਵਿਟੀ ਆਏਗੀ, ਜੇ ਉਹਨਾਂ ਦੇ ਘਰ ਕਿਸੇ ਇੱਕ ਵੀ ਬੰਦੇ ਨੂੰ ਕਰੋਨਾ ਵਾਇਰਸ ਹੋ ਗਿਆ ਨਾ, ਤੇ ਮੈਂ ਵੇਖਦਾ ਵੀ ਉੱਥੇ ਹੀ ਪੋਜ਼ਿਟਿਵਿਟੀ ਉਹਨਾਂ ਦੀ ਖਤਮ ਹੋ ਜਾਣੀ। ਲੋਕ ਚੀਕਾਂ ਮਾਰਦੇ ਸੁਣਨਗੇ ਤੇ ਹੌਸਲੇ ਟੁੱਟਦੇ ਦੇਖੇ ਵੀ ਆਪਾਂ ਨੇ। ਤਾਂ ਮੋਮਬੱਤੀਆਂ ਜਗਾਉਣ ਦੇ ਨਾਲ ਕਦੀ ਪੋਜ਼ਿਟਿਵਿਟੀ ਨਹੀਂ ਆਉਣੀ। ਪੋਜ਼ਿਟਿਵਿਟੀ ਆਏਗੀ ਗੁਰਬਾਣੀ ਪੜ੍ਹ ਕੇ, ਇਤਿਹਾਸ ਪੜ੍ਹ ਕੇ। ਹੁਣ ਤੁਸੀਂ ਆਪੇ ਐਨਾਲਾਈਜ਼ ਕਰ ਲਿਓ। ਇੱਕ ਪਾਸੇ ਉਹ ਲੋਕ ਜਿਹੜੇ ਮੋਮਬੱਤੀਆਂ ਜਗਾ ਕੇ ਪੋਜ਼ਿਟਿਵਿਟੀ ਲੈਣਾ ਚਾਹੁੰਦੇ ਨੇ, ਦੇਖੀ ਕੀ ਉਹਨਾਂ 'ਚ ਪੋਜ਼ਿਟਿਵਿਟੀ ਆ ਰਹੀ ਹੈ, ਕੀ ਉਹਨਾਂ ਦੇ ਅੰਦਰੋਂ ਡਰ ਖਤਮ ਹੋ ਗਿਆ, ਕੀ ਉਹਨਾਂ ਦੇ ਅੰਦਰ ਹੌਸਲਾ ਵੱਧ ਗਿਆ। ਦੂਜੇ ਪਾਸੇ ਉਸ ਇਤਿਹਾਸ ਦੀਆਂ ਗੱਲਾਂ ਨੂੰ ਯਾਦ ਕਰੀਏ। ਇਹ ਤਾਂ ਹੁਣ ਤੁਸੀਂ ਦੇਖੋ, ਇਟਲੀ ਦੇ ਵਿੱਚ ਇੱਕ ਦਿਨ 'ਚ 400-500 ਬੰਦਾ ਮਰਦਾ ਹੈ, ਤੇ ਪੂਰੇ ਇਟਲੀ ਦੇ ਵਿੱਚ, ਪੂਰੇ ਸੰਸਾਰ 'ਚ ਦਹਿਸ਼ਤ ਫੈਲ ਜਾਂਦੀ ਹੈ ਵੀ ਮਹਾਂਮਾਰੀ ਆ ਗਈ ਜੀ। ਤੁਸੀਂ ਯਾਦ ਕਰੋ ਵੱਡੇ ਘੱਲੂਘਾਰੇ ਦੀਆਂ ਉਹ ਗਾਥਾਵਾਂ, ਕੁਝ ਦਿਨਾਂ ਦੇ ਵਿੱਚ, ਇੱਕਾ ਦੁੱਕਾ ਦਿਨਾਂ ਦੇ ਵਿੱਚ 30,000 ਤੋਂ ਵੱਧ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ, ਅੱਧੇ ਤੋਂ ਵੱਧ ਕੌਮ ਨੇ ਖਤਮ ਹੋ ਜਾਣਾ, ਤੇ ਫਿਰ ਵੀ ਸਿੰਘਾਂ ਦਾ ਹੌਸਲਾ ਨਹੀਂ ਟੁੱਟਣਾ। ਜਿਹੜੇ ਲੋਕ ਇਹੋ ਜਿਹੀਆਂ ਗਾਥਾਵਾਂ ਪੜ੍ਹਨਗੇ, ਉਹਨਾਂ ਦੇ ਅੰਦਰ ਕਿੰਨੀ ਪੋਜ਼ਿਟਿਵਿਟੀ ਆਏਗੀ। ਹੁਣ ਸੋਚਣ ਵਾਲੀ ਗੱਲ ਏ, ਇੱਕ ਪਾਸੇ ਮੋਮਬੱਤੀਆਂ ਜਗਾ ਕੇ ਪੋਜ਼ਿਟਿਵਿਟੀ ਆਏਗੀ, ਕਿ ਇਹੋ ਜਿਹੀਆਂ ਗਾਥਾਵਾਂ ਪੜ੍ਹ ਕੇ ਪੋਜ਼ਿਟਿਵਿਟੀ ਆਏਗੀ ਵੀ ਹਜ਼ਾਰਾਂ ਦੇ ਸਿੰਘ ਸ਼ਹੀਦ ਹੋ ਗਏ, ਸਿੰਘ ਫਿਰ ਵੀ ਡੋਲ ਨਹੀਂ ਰਹੇ।
ਕਿਉਂਕਿ ਮੈਂ ਸੋਚਦਾ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਗਿਣਤੀ ਸਾਰੀ 100 150 ਦੇ ਕਰੀਬ ਆ ਤੇ ਫਿਰ ਵੀ ਹੱਥ ਖੜੇ ਹੋਏ ਪਏ ਨੇ, ਚਾਹੇ ਉਹ ਸਿੱਖਾਂ ਦੇ ਵਿੱਚ ਹੀ ਹੱਥ ਖੜੇ ਹੋਏ ਪਏ ਨੇ, ਪਰ ਗੱਲ ਕਰੀਏ ਤਾਂ ਉਹ ਵੀ ਡਰੀ ਜਾਂਦੇ ਨੇ। ਜਿਵੇਂ ਤੁਸੀਂ ਗੱਲ ਕੀਤੀ ਕਿ ਅੱਧੀ ਕੌਮ ਖਤਮ ਹੋਣੀ, ਇੱਕ ਪਾਸੇ 100 ਜਾਂ 150 ਤੋਂ ਦੇ ਵਿੱਚ ਬਿਮਾਰੀ ਆਉਣੀ, ਮੌਤ ਤਾਂ ਸਿਰਫ 10 ਦੀ ਹੋਈ ਆ, ਉੱਥੋਂ ਹੀ ਹੱਥ ਖੜੇ ਕਰ ਗਏ। ਜੀ ਬਿਲਕੁਲ, ਇੱਥੋਂ ਇਹ ਸਪਸ਼ਟ ਹੁੰਦਾ ਵੀ ਅਸੀਂ ਅਜੇ ਆਪਣਾ ਇਤਿਹਾਸ ਨਹੀਂ ਜਾਣਦੇ, ਇਤਿਹਾਸ ਤੋਂ ਅਸੀਂ ਪ੍ਰੇਰਨਾ ਨਹੀਂ ਲੈ ਰਹੇ। ਔਰ ਮੈਂ ਇਹ ਬੇਨਤੀ ਕਰਾਂ, ਕਿਸੇ ਵੀ ਬਿਮਾਰੀ ਦਾ ਸੰਬੰਧ ਨਾ ਸਾਡੇ ਮਨ ਨਾਲ ਜ਼ਰੂਰ ਹੁੰਦਾ ਹੈ। ਮਨ ਸਾਡਾ ਜਿੰਨਾ ਤਾਕਤਵਰ ਹੋਵੇਗਾ, ਜਿੰਨਾ ਮਜ਼ਬੂਤ ਹੋਵੇਗਾ ਨਾ, ਓਨਾ ਸਰੀਰ ਨੂੰ ਰੋਗ ਗ੍ਰਸਣ ਦੇ ਚਾਂਸ ਘੱਟ ਹੋਣਗੇ। ਜੇ ਰੋਗ ਲੱਗ ਵੀ ਗਿਆ ਹੈ ਤੇ ਬਿਮਾਰੀ ਨਾਲ ਲੜਨ ਦੀ ਸਾਡੀ ਕਾਬਲੀਅਤ ਜ਼ਿਆਦੀ ਹੋਏਗੀ। ਜਿਨ੍ਹਾਂ ਦਾ ਮਨ ਕਮਜ਼ੋਰ ਹੋਏਗਾ ਉਹਨਾਂ 'ਚ ਹੌਸਲਾ ਨਹੀਂ ਬਹੁਤਾ ਹੋਏਗਾ ਤੇ ਉਹ ਲੋਕ ਅਕਸਰ ਇਹਨਾਂ ਬਿਮਾਰੀਆਂ ਤੋਂ ਹਾਰ ਜਾਂਦੇ ਨੇ। ਤੇ ਗੁਰਬਾਣੀ ਪੜਾਂਗੇ, ਇਤਿਹਾਸ ਪੜਾਂਗੇ। ਹੁਣ ਜਿਹੜਾ ਬੰਦਾ ਆਏ ਦਿਨ ਇਹ ਪੜ੍ਹੇਗਾ ਕਿ ਇੰਨੇ ਸਿੰਘ ਸ਼ਹੀਦ ਹੋ ਗਏ ਫਿਰ ਵੀ ਡੋਲ ਨਹੀਂ ਰਹੇ, ਤਾਂ ਉਸ ਬੰਦੇ ਦਾ ਮਨੋਬਲ ਕਿੰਨਾ ਮਜ਼ਬੂਤ ਹੋਵੇਗਾ, ਉਹਦਾ ਮਨ ਕਿੰਨਾ ਮਜ਼ਬੂਤ ਹੋਏਗਾ। ਪਹਿਲੀ ਗੱਲ ਤਾਂ ਉਹਦੇ ਸਰੀਰ ਨੂੰ ਰੋਗ ਲੱਗਣ ਦਾ ਚਾਂਸ ਘੱਟ ਹੋਣਗੇ। ਲੱਗ ਵੀ ਗਿਆ, ਲੜਨ ਦੀ ਕਾਬਲੀਅਤ ਹੋਵੇਗੀ। ਜੇ ਫਿਰ ਵੀ ਮੌਤ ਨਾ ਟਾਲ ਸਕਿਆ ਤੇ ਮੌਤ ਆਉਂਦੀ ਦੇਖ ਕੇ ਵੀ ਕਦੀ ਹੌਸਲਾ ਨਹੀਂ ਛੱਡੇਗਾ, ਉਸ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇਗਾ ਔਰ ਮੌਤ ਨੂੰ ਹੱਸ ਕੇ ਕਬੂਲੇਗਾ। ਇਹਨੂੰ ਕਹਿੰਦੇ ਨੇ ਪੋਜ਼ਿਟਿਵਿਟੀ। ਤੇ ਪੋਜ਼ਿਟਿਵਿਟੀ ਆਏਗੀ ਗੁਰਬਾਣੀ ਪੜ੍ਹ ਕੇ, ਇਤਿਹਾਸ ਪੜ੍ਹ ਕੇ। ਜਿਵੇਂ ਤੁਸੀਂ ਗੁਰਬਾਣੀ ਦੀ ਗੱਲ ਕੀਤੀ, ਪਰ ਅੱਜ ਕੱਲ੍ਹ ਜ਼ਿਆਦਾਤਰ ਘਰਾਂ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਦਿੱਤੇ ਹੋਏ ਨੇ, ਉਹ ਪਬਜੀ ਵਰਗੀਆਂ ਗੇਮਾਂ ਖੇਡੀ ਜਾਂਦੇ ਨੇ। ਕੋਟਕਪੂਰਾ ਤੋਂ ਘਟਨਾ ਹੁਣੇ ਹੀ ਸਾਹਮਣੇ ਆਈ ਕਿ ਬੱਚਾ ਪਬਜੀ ਗੇਮ ਖੇਡਦਾ ਸੀ, ਡਿਪਰੈਸ਼ਨ 'ਚ ਚਲਾ ਗਿਆ, ਦਿਮਾਗ ਦੀ ਨਾਲੀ ਫਟ ਗਈ ਤੇ ਉਹਦੀ ਜਿਹੜੀ ਡੈਥ ਹੋ ਗਈ। ਪਰ ਜੇਕਰ ਦੂਸਰੇ ਪਾਸੇ ਗੱਲ ਕਰੀਏ, ਜੇਕਰ ਉਹੀ ਇਤਿਹਾਸ ਪੜ੍ਹਦਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਉਹ ਬਾਹੂਬਲ ਆਉਣਾ ਸੀਗਾ, ਤੇ ਪਰ ਇੱਕ ਪਾਸੇ ਉਹਦੇ ਵਿੱਚ ਕਿੱਦਾਂ ਦੀ ਜਿਹੜੀ ਬਿਮਾਰੀ ਆਈ, ਕਰੋਨਾ ਦੇ ਨਾਲ ਲੜਨ ਦੀ ਤਾਂ ਗੱਲ ਦੂਰ ਹੈ, ਇਹ ਇੱਦਾਂ ਹੀ ਜਿਹੜੇ ਜਵਾਕ ਆ, ਜਿਹੜੀ ਆਉਣ ਵਾਲੀ ਪੀੜ੍ਹੀ ਆ, ਉਹ ਨਰਕ ਵਾਲੇ ਪਾਸੇ ਨਹੀਂ ਜਾ ਰਹੀ। ਦੇਖੋ ਜੀ, ਇਹ ਤਾਂ ਸਾਡੀ ਤਰਾਸਦੀ ਆ ਕਿ ਸਿੱਖ ਕੌਮ ਦੇ ਨੌਜਵਾਨ ਡਿਪਰੈਸ਼ਨ ਵਰਗੀਆਂ ਚੀਜ਼ਾਂ ਦੇ ਸ਼ਿਕਾਰ ਹੋਣ। ਡਿਪਰੈਸ਼ਨ ਵਰਗੀ ਚੀਜ਼ ਤਾਂ ਸਿੱਖ ਕੌਮ ਦੀ ਡਿਕਸ਼ਨਰੀ 'ਚ ਹੋਣੀ ਨਹੀਂ ਚਾਹੀਦੀ। ਜਿਹੜੇ ਸਿੰਘਾਂ ਨੂੰ ਤਾਂ ਮੁੱਠੀ ਭਰ ਛੋਲੇ ਮਿਲਣ ਉਹਨੂੰ ਬਦਾਮ ਕਹਿੰਦੇ ਸਨ, ਲੱਖਾਂ ਦਾ ਟਾਕਰਾ ਮਜ਼ਬੂਤੀ ਨਾਲ ਕਰਦੇ ਸਨ। ਸਾਰੀ ਕੌਮ ਖਤਮ ਹੋ ਜਾਵੇ ਫਿਰ ਹਿੰਮਤ ਨਹੀਂ ਸੀ ਛੱਡਦੇ। ਉਹ ਸਿੱਖ ਕੌਮ ਦੇ ਵਾਰਸ ਡਿਪਰੈਸ਼ਨ 'ਚ ਚਲੇ ਜਾਣ ਤੇ ਗੱਲ ਬਹੁਤ ਮਾੜੀ ਏ। ਅੱਜ ਸਾਡੇ ਵੱਡਿਆਂ ਨੂੰ ਵੀ ਚਾਹੀਦਾ ਹੈ ਕਿ ਵੀ ਜੇ ਹੁਣ ਸਾਨੂੰ ਟਾਈਮ ਮਿਲਿਆ, ਲੋਕਡਾਊਨ ਦੇ ਵਿੱਚ ਅਸੀਂ ਘਰਾਂ 'ਚ ਬੈਠੇ ਹਾਂ, ਤੇ ਬੱਚਿਆਂ ਨੂੰ ਗੁਰਬਾਣੀ ਨਾਲ, ਇਤਿਹਾਸ ਨਾਲ ਜੋੜੀਏ। ਇਹ ਮਹੀਨਾ ਸਾਨੂੰ ਮਿਲਿਆ ਹੈ, ਕਿਉਂ ਨਾ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਸਾਂਝਾ ਪਾਈਏ, ਉਹਨਾਂ ਸਾਖੀਆਂ ਸੁਣਾਈਏ, ਉਹਨਾਂ ਗਾਥਾਵਾਂ ਦੇ ਨਾਲ ਸਾਂਝ ਪਵਾਈਏ। ਬੱਚਿਆਂ ਕੇ ਵੀ ਵਿਧੀ ਬਣੀ ਹੋਵੇ। ਜੀ ਬਿਲਕੁਲ, ਬੱਚਿਆਂ ਨੂੰ ਇਹਨਾਂ ਪੋਜ਼ਿਟਿਵ ਚੀਜ਼ਾਂ ਨਾਲ ਜੋੜੀਏ। ਅਸੀਂ ਬੱਚਿਆਂ ਨੂੰ ਚੰਗੇ ਕੰਮ ਸਿਖਾ ਸਕਦੇ ਹਾਂ, ਬੱਚਿਆਂ ਨੂੰ ਰੋਟੀ ਬਣਾਉਣੀ ਸਿਖਾਈਏ, ਕਿੰਨਾ ਕੁਝ ਅਸੀਂ ਕਰ ਸਕਦੇ ਹਾਂ, ਬਜਾਏ ਕਿ ਉਹਨਾਂ ਨੂੰ ਵਿਹਲਾ ਟਾਈਮ ਮਿਲ ਗਿਆ ਤੇ ਪਬਜੀ ਵਰਗੀਆਂ ਗੇਮਾਂ ਖੇਡਣ, ਸਮਾਂ ਜਾਇਆ ਕਰਨ। ਜੇ ਅਸੀਂ ਵੱਡੇ ਜਾਂ ਸਾਰੇ ਜ਼ਿੰਮੇਵਾਰੀ ਸਾਂਭੀਏ ਤੇ ਇਸ ਵਕਤ ਦਾ ਅਸੀਂ ਪੋਜ਼ਿਟਿਵ ਲਾਹਾ ਵੀ ਖੱਟ ਸਕਦੇ ਹਾਂ। ਇਹ ਸਾਨੂੰ ਸੋਚਣਾ ਪਵੇਗਾ। ਆਓ ਅਸੀਂ ਸਾਰੇ ਇਤਿਹਾਸ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਬੱਚਿਆਂ ਨੂੰ ਜੋੜੀਏ। ਫਿਰ ਅਸੀਂ ਨਾ ਕੇਵਲ ਡਿਪਰੈਸ਼ਨ ਤੋਂ ਬਚਾਂਗੇ, ਵੱਡੀ ਤੋਂ ਵੱਡੀ ਬਿਮਾਰੀ ਤੇ ਮੁਸ਼ਕਲਾਂ ਨਾਲ ਲੜਨ ਦੀ ਵੀ ਕਾਬਲੀਅਤ ਸਾਡੇ 'ਚ ਆਏਗੀ। ਜਿਵੇਂ ਆਪਾਂ ਕਰੋਨਾ ਨਾਮ ਦੀ ਗੱਲ ਕਰ ਰਹੇ ਸੀ, ਇੱਕ ਵਾਇਰਸ ਫੈਲਿਆ ਹੋਇਆ, ਇਹਦੇ ਨਾਮ ਤੇ ਪੰਜਾਬ ਦੇ ਵਿੱਚ ਸਿਆਸਤ, ਜਿਵੇਂ ਹਰੇਕ ਗੱਲ ਤੇ ਹੁੰਦੀ ਹੈ, ਕੋਈ ਵੀ ਚੀਜ਼ ਹੋਵੇ ਉਹਦੇ ਨਾਮ ਤੇ ਸਿਆਸਤ ਜਿਹੜੀ ਹੈ ਕਿਤੇ ਵੀ ਪਿੱਛੇ ਨਹੀਂ ਰਹਿੰਦੇ ਗੇ ਇੱਥੋਂ ਦੇ ਲੀਡਰ। ਹੁਣ ਇਹਦੇ ਨਾਮ ਤੇ ਸਿਆਸਤ ਹੋ ਰਹੀ ਹੈ। ਇੱਕ ਪਾਸੇ ਤੁਸੀਂ ਗੱਲ ਕੀਤੀ ਹੈ ਕਿ ਨਿਸ਼ਕਾਮ ਸੇਵਾ ਜਿਹੜੀ ਆਪਣੇ ਸਿੱਖ ਆਗੂ ਕਰ ਰਹੇ ਨੇ, ਚਾਹੇ ਕਾਲ ਏਡ ਹੋਵੇ, ਖਾਲਸਾ ਏਡ ਹੋਵੇ, ਕੋਈ ਵੀ ਏਡ ਹੋਵੇ, ਪਰ ਦੂਸਰੇ ਪਾਸੇ ਜਿਹੜੇ ਸਿਆਸੀ ਲੀਡਰ ਸਨ ਉਹਨਾਂ ਨੇ ਜਿੰਨੇ ਚਿਰ ਆਪਦੀਆਂ ਤਸਵੀਰਾਂ ਨਹੀਂ ਉਹਨਾਂ 'ਤੇ ਛਪੀਆਂ, ਉਹਨਾਂ ਨੇ ਜਿਹੜਾ ਭੁੱਖਿਆਂ ਤੱਕ ਰਾਸ਼ਨ ਜਿਹੜੀ ਪਹੁੰਚਾਉਣ ਦੀ ਗੱਲ ਤਾਂ ਕੀਤੀ, ਪਰ ਪਹੁੰਚਾਇਆ ਤੱਕ ਨਹੀਂ। ਦੇਖੋ ਜੀ, ਇੰਨੀ ਮੁਸ਼ਕਲ ਘੜੀ ਦੇ ਵਿੱਚ ਜੇ ਹਜੇ ਵੀ ਕੋਈ ਆਪਣਾ ਨਾਮ ਚਮਕਾਉਣ ਦੇ ਵਿੱਚ ਲੱਗਾ ਨਾ, ਇਹ ਤਾਂ ਬਹੁਤ ਮਾੜੀ ਗੱਲ ਹੈ, ਤਰਾਸਦੀ ਵਾਲੀ ਗੱਲ ਹੈ। ਪਰ ਨਾਲ ਇੱਕ ਮੈਂ ਇਹ ਵੀ ਬੇਨਤੀ ਕਰਾਂਗਾ, ਕਈ ਵਾਰੀ ਨਾ ਅਸੀਂ ਕਿਸੇ ਨੂੰ ਵੰਡਦਿਆਂ ਦੇਖ ਕੇ ਹੀ ਪ੍ਰਭਾਵਿਤ ਹੋ ਜਾਂਦੇ ਹਾਂ। ਮੈਂ ਗੁਰਬਾਣੀ ਦਾ ਸਹਾਰਾ ਲੈ ਕੇ ਗੱਲ ਸਪਸ਼ਟ ਕਰਨੀ ਚਾਹਾਂਗਾ, ਕੇਵਲ ਵੰਡਣਾ ਹੀ ਕਾਫੀ ਨਹੀਂ ਹੁੰਦਾ, ਵੰਡਣ ਦੇ ਪਿੱਛੇ ਨੀਅਤ ਕੀ ਹੈ ਸਾਨੂੰ ਇਹ ਵੀ ਦੇਖਣਾ ਪਵੇਗਾ। ਤੁਸੀਂ ਦੇਖੋ, ਗੁਰਬਾਣੀ ਦੇ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਨ। ਵੰਡਦੇ ਤਾਂ ਬਹੁਤ ਲੋਕ ਨੇ, ਸਿਆਸੀ ਵੀ ਵੰਡਦੇ ਨੇ, ਪਰ ਸਾਨੂੰ ਇਹ ਦੇਖਣਾ ਪਵੇਗਾ ਵੀ ਉਹਨਾਂ ਦੀ ਵੰਡਣ ਦੇ ਪਿੱਛੇ ਮਨਸਾ ਕੀ ਹੈ। ਬਹੁਤਿਆਂ ਦੇ ਅੰਦਰ ਉਹਨਾਂ ਦੀ ਹਉਮੈ, ਉਹਨਾਂ ਦਾ ਹੰਕਾਰ ਉਹਨਾਂ ਨੂੰ ਮੋਟੀਵੇਟ ਕਰ ਰਿਹਾ ਹੁੰਦਾ ਵੰਡਣ ਲਈ। ਕਿਉਂਕਿ ਉਹ ਚਾਹੁੰਦੇ ਨੇ ਵੀ ਜੇ ਅਸੀਂ ਵੰਡਾਂਗੇ ਸਾਡਾ ਨਾਮ ਹੋਵੇਗਾ, ਸੋਭਾ ਹੋਵੇਗੀ। ਤੇ ਅਕਸਰ ਮੈਂ ਬੇਨਤੀ ਕਰਦਾ ਹੁੰਦਾ ਹੈ, ਸੋਭਾ ਪੈਸੇ ਤੋਂ ਵੀ ਕਿਤੇ ਵੱਡੀ ਮਾਇਆ ਹੁੰਦੀ ਹੈ। ਮਾਇਆ ਇਕੱਲੀ ਪੈਸਾ ਹੀ ਨਹੀਂ ਹੁੰਦਾ, ਸੋਭਾ ਪੈਸੇ ਤੋਂ ਵੀ ਵੱਡੀ ਮਾਇਆ ਹੈ। ਕਿਉਂਕਿ ਤੁਸੀਂ ਦੇਖ ਲਵੋ ਕਿ ਇੱਕ ਬੰਦਾ ਸੋਭਾ ਲੈਣ ਲਈ ਪੈਸੇ ਦਾ ਤਿਆਗ ਕਰ ਸਕਦਾ ਹੈ, ਪਰ ਪੈਸਾ ਲੈਣ ਲਈ ਸੋਭਾ ਦਾ ਤਿਆਗ ਨਹੀਂ ਕਰੇਗਾ। ਹੁਣ ਤੁਸੀਂ ਦੇਖੋ, ਜਿਹੜੇ ਦਾਨ ਕਰ ਰਹੇ ਨੇ, ਇਹ ਹੁਣ ਪੈਸੇ ਦਾ ਤਿਆਗ ਕਰ ਰਹੇ ਨੇ ਸੋਭਾ ਲੈਣ ਲਈ। ਪੈਸੇ ਦਾ ਤਿਆਗ ਕੀਤਾ ਜਾ ਸਕਦਾ ਸੋਭਾ ਲੈਣ ਲਈ, ਪਰ ਕੋਈ ਵੀ ਬੰਦਾ
ਸੋਭਾ ਤਿਆਗ ਕੇ ਪੈਸਾ ਨਹੀਂ ਲੈਣਾ ਚਾਹੀਦਾ। ਚੋਰ ਚੋਰੀ ਕਰਦਾ ਨਾ, ਪੈਸਾ ਇਕੱਠਾ ਕਰਦਾ ਹੈ, ਉਹ ਵੀ ਰਾਤ ਦੇ ਹਨੇਰੇ 'ਚ ਚੋਰੀ ਕਰਦਾ ਹੈ, ਇਸ ਕਰਕੇ ਕਿ ਲੋਕਾਂ ਨੂੰ ਪਤਾ ਨਾ ਲੱਗੇ ਵੀ ਮੈਂ ਚੋਰ ਆ, ਆਪਣੀ ਸੋਭਾ ਨਹੀਂ ਗਵਾਉਣੀ ਚਾਹੁੰਦਾ। ਤੋ ਸੋਭਾ ਪੈਸੇ ਤੋਂ ਵੀ ਵੱਡੀ ਮਾਇਆ ਹੈ। ਬਹੁਤੇ ਲੋਕਾਂ ਦੇ ਅੰਦਰ ਹੰਕਾਰ ਉਹਨਾਂ ਨੂੰ ਵੰਡਣ ਲਈ ਪ੍ਰੇਰਿਤ ਕਰ ਰਿਹਾ ਹੁੰਦਾ ਹੈ, ਪਰ ਅਸਲੀ ਗੁਰਸਿੱਖ ਹਉਮੈ ਦੇ ਅਧੀਨ ਹੋ ਕੇ ਨਹੀਂ ਵੰਡਦੇ, ਉਹ ਦਇਆ ਦੇ ਅਧੀਨ ਹੋ ਕੇ ਵੰਡਦੇ ਨੇ। ਦਇਆ ਭੰਡਾਰਨ ਹੁੰਦੀ ਹੈ। ਕਈ ਐਸੇ ਗੁਰਸਿੱਖ ਨੇ ਜਿਹੜੇ ਵੰਡ ਰਹੇ ਨੇ, ਪਰ ਇਸ ਕਰਕੇ ਨਹੀਂ ਵੀ ਸਾਡਾ ਨਾਮ ਹੋਵੇ, ਇਸ ਕਰਕੇ ਵੰਡ ਰਹੇ ਨੇ ਕਿ ਉਹ ਲੋਕਾਂ ਨੂੰ ਤੜਫਦਿਆਂ ਨਹੀਂ ਦੇਖ ਸਕਦੇ, ਲੋਕਾਂ ਨੂੰ ਭੁੱਖਿਆ ਨਹੀਂ ਦੇਖ ਸਕਦੇ। ਤੋ ਅੱਜ ਲੋੜ ਹੈ ਗੁਰਬਾਣੀ ਦੀ ਇਸ ਗੱਲ ਤੇ ਅਮਲ ਕਰਨ ਤੇ। ਅਸੀਂ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਆਪਣੇ ਨਾਮ ਤੋਂ ਉੱਪਰ ਉੱਠ ਕੇ, ਸੋਭਾ ਤੋਂ ਉੱਪਰ ਉੱਠ ਕੇ ਦਇਆ ਦੇ ਅਧੀਨ ਹੋ ਕੇ ਲੋਕਾਈ ਦੀ ਸੇਵਾ ਕਰੀਏ, ਤਾਂ ਹੀ ਅਸੀਂ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਲੈ ਸਕਦੇ ਹਾਂ ਜੀ। ਜਿਵੇਂ ਇੱਕ ਹੁਣ ਗੱਲ ਆਉਂਦੀ ਹੈ ਕਿ ਹੁਣ ਮਾਸਕ ਦੀ ਵਰਤੋਂ ਕਰਨੀ ਹੈ, ਹੱਥ ਵਾਰ-ਵਾਰ ਧੋਣੇ, ਜੇ ਕਿਸੇ ਨੂੰ ਫੋਨ ਵੀ ਲਾਉਣੇ ਆ ਤੇ ਇਹ ਜਿਹੜੀਆਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ, ਤੇ ਜਾਂ ਜਿੱਥੇ ਵੀ ਕੋਈ ਭਾਸ਼ਣ ਦੇ ਰਿਹਾ ਹੁੰਦਾ ਉਹ ਵੀ ਇਹੀ ਗੱਲਾਂ ਕਰਦਾ। ਪਰ ਵਿਗਿਆਨ ਤਾਂ ਹੁਣ ਗੱਲਾਂ ਕਰਦੀ ਆ, ਪਰ ਗੁਰੂ ਸਾਹਿਬ ਇਹ ਸਾਨੂੰ ਪਹਿਲਾਂ ਦੇ ਗਏ ਸਨ ਹਜ਼ੂਰੀਆ ਰੱਖਣਾ, ਪ੍ਰਸ਼ਾਦਾ ਪਾਣੀ ਛਕਣ ਤੋਂ ਜਾਂ ਵਰਤਾਉਣ ਤੋਂ ਪਹਿਲਾਂ ਸਾਨੂੰ ਹੱਥ ਧੋ ਲੈਣੇ ਚੰਗੀ ਤਰ੍ਹਾਂ। ਤੁਸੀਂ ਇਸ ਬਾਰੇ ਪ੍ਰਚਾਰਕ ਹੋ, ਤੁਸੀਂ ਇਸ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਪੂਰਾ ਵਿਸਥਾਰ ਸਹਿਤ ਦੱਸੋ। ਦੇਖੋ ਜੀ, ਪਹਿਲੀ ਗੱਲ ਤਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਜਿਨ੍ਹਾਂ ਦੀ ਵਿਚਾਰ ਦਾ ਅੰਤ ਹੀ ਨਹੀਂ ਪੈ ਸਕਦਾ। ਤੁਹਾਡੀ ਇਸ ਗੱਲ ਤੋਂ ਮੈਨੂੰ ਯਾਦ ਆ ਗਈ ਆ, ਪਿਛਲੇ ਸਾਲਾਂ ਦੀ ਗੱਲ ਹੈ, ਜਦੋਂ ਇਹ ਮਹਾਂਮਾਰੀ ਨਹੀਂ ਸ਼ੁਰੂ ਹੋਈ ਸੀ, ਮੈਂ ਵੀ ਪਹਿਲਾਂ ਇਹ ਕੁਝ ਕਰਦਾ ਰਿਹਾ। ਕੁਝ ਵੀ ਖਾਣ ਤੋਂ ਪਹਿਲਾਂ ਹੱਥ ਧੋਣੇ, ਅਤੇ ਫਿਰ ਬਾਹਰੋਂ ਖਾਣ ਤੋਂ ਸੰਕੋਚ ਕਰਨਾ। ਅਤੇ ਕਈ ਲੋਕ ਨਾ ਟੀਚਰਾਂ ਕਰਦੇ ਹੁੰਦੇ ਸੀ, ਲੈ ਜੇ ਖਾ ਲਓਗੇ ਤਾਂ ਕੀ ਹੋ ਜਾਏਗਾ, ਜੇ ਹੱਥ ਨਹੀਂ ਵੀ ਧੋਤੇ ਗਏ ਤਾਂ ਕੀ ਹੋ ਜਾਏਗਾ, ਫਲ ਨਹੀਂ ਵੀ ਧੋਤਾ ਗਿਆ ਤਾਂ ਕੀ ਹੋ ਜਾਏਗਾ। ਕਈ ਲੋਕ ਟੀਚਰਾਂ ਕਰਦੇ ਸੀ, ਅਤੇ ਕਈ ਵਾਰੀ ਸਾਡੇ ਮਨ 'ਚ ਵੀ ਆ ਜਾਂਦਾ ਸੀ ਵੀ ਸਾਰੇ ਲੋਕ ਵਿਰੋਧ ਕਰ ਰਹੇ ਨੇ, ਵੀ ਕਿਤੇ ਸੱਚੇ ਤਾਂ ਨਹੀਂ। ਪਰ ਸੱਚੀ ਅੱਜ ਦੇ ਹਾਲਾਤਾਂ ਨੇ ਦ੍ਰਿੜਤਾ ਬਖਸ਼ੀ ਹੈ ਕਿ ਸਾਡੇ ਗੁਰੂ ਸਾਹਿਬ ਜੀ ਦੀ ਸੋਚ ਇਹਨਾਂ ਲੋਕਾਂ ਦੀ ਸੋਚ ਤੋਂ ਕਿਤੇ ਗੁਣਾ ਉੱਚੀ ਹੈ ਅਤੇ ਅੰਤ ਨਹੀਂ ਪੈ ਸਕਦਾ। ਹੁਣ ਤੁਸੀਂ ਦੇਖ ਲਵੋ, ਜਿਹੜੇ ਲੋਕ ਤਰਕ ਕਰਦੇ ਸੀ ਨਾ ਵੀ ਹੱਥ ਧੋਣ ਨਾਲ ਕੀ ਹੋ ਜਾਂਦਾ ਹੈ, ਅੱਜ ਉਹੀ ਲੋਕ ਕੁਝ ਵੀ ਖਾਣ ਤੋਂ ਪਹਿਲਾਂ 5-5 ਵਾਰੀ ਹੱਥ ਧੋਂਦੇ ਹੋਣਗੇ। ਗੁਰੂ ਸਾਹਿਬ ਨੇ ਸਾਰੇ ਚਿਹਰੇ ਸਾਫ਼ ਕਰ ਦਿੱਤੇ। ਹੁਣ ਤੁਸੀਂ ਦੇਖੋ, ਛਿੱਕ ਮਾਰਨ ਤੋਂ ਪਹਿਲਾਂ ਹਜ਼ੂਰੀਆ ਅੱਗੇ ਰੱਖ ਲੈਣਾ, ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ। ਖਾਣ ਤੋਂ ਪਹਿਲਾਂ ਹੱਥ ਧੋਣੇ, ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ। ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਹੱਥ ਜੋੜ ਕੇ ਫਤਿਹ ਬੁਲਾਉਣੀ, ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ। ਗਲੇ ਨਹੀਂ ਮਿਲਣਾ, ਦੂਰੋਂ ਫਤਿਹ ਗਜਾਉਣੀ, ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ। ਬਾਹਰੋਂ ਖਾਣ ਤੋਂ ਸੰਕੋਚ ਕਰਨਾ, ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ। ਤੁਸੀਂ ਦੇਖੋ ਕਿੰਨੇ ਲਾਹੇ ਨੇ। ਅੱਜ ਸੰਕਟ ਦੀ ਘੜੀ ਦੇ ਵਿੱਚ WHO ਹਦਾਇਤਾਂ ਦੇ ਰਹੀ ਹੈ ਅਤੇ ਅਸੀਂ ਮੰਨ ਰਹੇ ਨੇ, ਗੁਰੂ ਸਾਹਿਬ ਨੇ ਹਦਾਇਤਾਂ ਦਿੱਤੀਆਂ, ਅਤੇ ਕੀ ਅਸੀਂ WHO ਨੂੰ ਗੁਰੂ ਸਾਹਿਬ ਤੋਂ ਵੱਡਾ ਸਮਝਦੇ ਹਾਂ? ਇਹ ਸੋਚਣਾ ਪਵੇ ਕਿ ਤੁਸੀਂ ਪ੍ਰੈਕਟੀਕਲ ਤੌਰ 'ਤੇ ਦੇਖੋ, ਬਾਹਰੋਂ ਰੇਹੜੀ ਤੋਂ ਖਾਂਦੇ ਆ ਜੀ। ਹੁਣ ਜਿਸ ਗਲਾਸ ਦੇ ਵਿੱਚੋਂ ਇੱਕ ਬਿਮਾਰੀ ਨਾਲ ਗ੍ਰਸੇ ਨੇ ਪੀ ਲਿਆ, ਆਪਾਂ ਨੂੰ ਪਤਾ ਰੇਹੜੀਆਂ ਵਾਲੇ ਕਿੰਨੀ ਕੁ ਸਫਾਈ ਕਰਦੇ ਨੇ, ਬਸ ਪਾਣੀ 'ਚ ਧੋਤਾ ਅਤੇ ਅਗਲੇ ਬੰਦੇ ਨੂੰ ਦੇ ਦਿੱਤਾ। ਉਹ ਕੋਈ ਸਾਬਣ ਨਾਲ ਥੋੜ੍ਹਾ ਧੋਂਦੇ ਨੇ, ਅਤੇ ਪਾਣੀ ਨਾਲ ਕੇਵਲ ਧੋਣ ਦੇ ਨਾਲ ਉਹ ਜਰਮਸ ਮਰ ਨਹੀਂ ਜਾਂਦੇ। ਰੋਗ ਨਾਲ ਗਰਸਿਆ ਹੋਇਆ ਬੰਦਾ ਉਸੇ ਗਲਾਸ 'ਚ ਜੂਸ ਪੀ ਰਿਹਾ ਹੈ, ਅਤੇ ਮੇਰੇ ਵਰਗਾ ਜਾ ਕੇ ਉਸੇ ਰੇਹੜੀ ਤੋਂ ਪੀਏਗਾ, ਅਤੇ ਕਿੰਨੇ ਵੱਧ ਚਾਂਸ ਨੇ ਉਸ ਬਿਮਾਰੀ ਦੇ ਲੱਗਣ ਦੇ। ਗੁਰੂ ਸਾਹਿਬ ਨੇ ਹਰ ਕੁਝ ਦਿੱਤਾ ਸਾਨੂੰ, ਜਿੱਥੇ ਗੁਰਬਾਣੀ ਵਰਗੀ ਬਖਸ਼ਿਸ਼ ਬਖਸ਼ੀ ਹੈ, ਨਾਲ ਸਾਨੂੰ ਪ੍ਰੀਕਾਸ਼ਨਸ ਵੀ ਬਖਸ਼ੀਆਂ ਨੇ। ਅਤੇ ਮੈਂ ਇਹ ਸੋਚਦਾ ਹੈ ਕਿਤੇ ਇਹ ਮਰਿਆਦਾ, ਹੁਣ ਦੇਖੋ ਨਾਮ ਹੀ ਹੈ, ਸਿੱਖਾਂ ਨੇ ਇਹਨੂੰ ਨਾਮ ਮਰਿਆਦਾ ਦਿੱਤਾ, WHO ਇਹਨੂੰ ਪ੍ਰੀਕਾਸ਼ਨਸ ਕਹਿ ਰਹੀ ਹੈ। ਇਹ ਨਾਮ ਦਾ ਹੀ ਵਖਰੇਵਾਂ ਹੈ ਨਾ। ਜੇ ਕਿਤੇ ਗੁਰੂ ਸਾਹਿਬ ਦੀ ਗੱਲ ਮੰਨ ਕੇ ਪੂਰੀ ਦੁਨੀਆ ਪਹਿਲਾਂ ਹੀ ਇਸ ਗੱਲ ਨੂੰ ਅਮਲ 'ਚ ਲਿਆਉਂਦੀ, ਤੇ ਮੇਰੇ ਖਿਆਲ ਇਹ ਬਿਮਾਰੀ ਫੈਲਣੀ ਹੀ ਨਹੀਂ ਸੀ। ਇਹ ਸਭ ਕੁਝ ਹਦਾਇਤਾਂ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਦਿੱਤੀਆਂ। ਇਹ ਸਾਡੀ ਕੌਮ ਬਹੁਤ ਐਡਵਾਂਸ ਹੈ। ਅਰਦਾਸ ਦੇ ਮੈਨੂੰ ਉਹ ਬਚਨ ਯਾਦ ਆ ਗਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਅੱਜ ਵੀ ਮੌਕਾ ਹੈ, ਜੇ ਖੁਆਰ ਹੋ ਰਹੇ ਆ ਨਾ, ਅੱਜ ਵੀ ਸ਼ਰਨੀ ਆ ਜਾਈਏ, ਅਤੇ ਸਾਡਾ ਪਾਰ ਉਤਾਰਾ ਤਾਂ ਹੋਣਾ ਹੈ ਜੇ ਅਸੀਂ ਗੁਰੂ ਸਾਹਿਬ ਦੀ ਸ਼ਰਨੀ ਆਵਾਂਗੇ, ਉਹਨਾਂ ਦੇ ਬਚਨਾਂ ਨੂੰ ਅੱਖਾਂ ਬੰਦ ਕਰਕੇ ਮੰਨਾਂਗੇ, ਗੁਰੂ ਸਾਹਿਬ 'ਤੇ ਭਰੋਸਾ ਕਰੀਏ। ਤੁਸੀਂ ਦੇਖ ਲਓ, ਨਹੀਂ ਤਾਂ ਸਮੇਂ ਨੇ ਆਪੇ ਸਪਸ਼ਟ ਕਰ ਦੇਣਾ ਵੀ ਕੀ ਸਹੀ ਹੈ ਕੀ ਗਲਤ ਹੈ। ਅਸੀਂ ਬਾਅਦ ਵਿੱਚ ਪਛਤਾਉਣ ਦਾ ਸਮਾਂ ਰਹਿ ਜਾਣਾ ਹੈ, ਸੁਧਾਰਨ ਦੇ ਸਮੇਂ ਨਹੀਂ ਫਿਰ ਰਹਿ ਜਾਣੇ। ਅੱਜ ਹੀ ਮੌਕਾ ਹੈ, ਸੰਭਲ ਜਾਈਏ ਜੀ। ਜਿਵੇਂ ਤੁਸੀਂ ਵੀ ਵਿਚਰਦੇ ਹੋ, ਪ੍ਰਚਾਰ ਕਰਨ ਜਾਂਦੇ ਹੋ, ਇਸ ਮਹਾਂਮਾਰੀ ਤੋਂ ਜਿਵੇਂ ਸਿੱਖ ਪੂਰੇ ਡਰੇ ਹੋਏ ਨੇ, ਸਿੱਖ ਪੰਜਾਬੀ ਡਰੇ ਹੋਏ ਨੇ, ਸਿੱਖਾਂ ਦੇ ਬੱਚੇ ਡਰੇ ਹੋਏ ਨੇ, ਉਹ ਕਿਵੇਂ ਇਸ ਚੀਜ਼ ਤੋਂ ਨਿਕਲ ਸਕਦੇ ਨੇ, ਡਰ ਤੋਂ ਕਿਵੇਂ ਨਿਕਲ ਸਕਦੇ ਨੇ? ਦੇਖੋ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਪੜ੍ਹਦੇ ਆ ਨਾ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਉਹ ਪ੍ਰਚਲਿਤ ਸਾਖੀ ਸੁਣੀ ਹੋਏਗੀ। ਉਸ ਹਾਥੀ ਨੂੰ, ਉਸ ਗੱਜ ਨੂੰ ਤੇਂਦੂਏ ਨੇ ਪਕੜ ਲਿਆ, ਅਤੇ ਉਸ ਸੰਕਟ ਘੜੀ ਦੇ ਵਿੱਚ ਪਰਮਾਤਮਾ ਦੀ ਸ਼ਰਨ ਆਇਆ, ਅਤੇ ਪਰਮਾਤਮਾ ਨੇ ਰੱਖਿਆ ਕੀਤੀ। ਅਸੀਂ ਲੋੜ ਹੈ
ਪਰਮਾਤਮਾ ਦੀ ਸ਼ਰਨੀ ਪਈਏ। ਜੇ ਅੱਜ ਦੇਖੋ ਵੱਡੇ ਵੱਡੀਆਂ ਮੈਡੀਕਲ ਜਿਹੜੇ ਹਸਪਤਾਲ ਨੇ, WHO, ਸਾਰੇ ਲੋਕ ਹੱਥ ਖੜੇ ਕਰ ਚੁੱਕੇ ਨੇ। ਈਵਨ ਕਿ ਅਮਰੀਕਾ ਦਾ ਰਾਸ਼ਟਰਪਤੀ, ਇਟਲੀ ਦੇ ਪ੍ਰਧਾਨ ਮੰਤਰੀ ਵਰਗੇ ਸਾਰੇ ਹੁਣ ਰੱਬ ਅੱਗੇ ਅਰਦਾਸਾਂ ਕਰ ਰਹੇ ਨੇ। ਸਮਾਂ ਹੈ ਅੱਜ ਵੀ ਅਸੀਂ ਰੱਬ ਦੀ ਸ਼ਰਨੀ ਆ ਜਾਈਏ। ਕਹੋ ਨਾਨਕ ਅਬ ਓਟ ਹਰ, ਅੱਜ ਉਹਦੀ ਸ਼ਰਨੀ ਆ ਜਾਈਏ, ਪਰਮਾਤਮਾ ਜ਼ਰੂਰ ਸਹਾਈ ਹੋਵੇਗਾ। ਜਿਵੇਂ ਦੇਖੋ ਹੁਣ ਇੱਕ ਹਿਸਾਬ ਦੇ ਕੁਦਰਤ ਲਈ ਤਾਂ ਸਹਾਈ ਹੋ ਹੀ ਗਿਆ ਨਾ। ਆਪਾਂ ਕਈ ਵਾਰੀ ਇੱਕ ਐਂਗਲ ਦੇਖ ਲੈਂਦੇ ਆ, ਮਨੁੱਖਾਂ ਦੇ ਐਂਗਲ ਤੋਂ, ਵੀ ਸਾਡੇ ਤੇ ਮੁਸ਼ਕਲ ਆ ਗਈ। ਆ ਸਾਹਮਣੇ ਦੇਖੋ ਪੰਛੀ ਦਿਖ ਰਹੇ ਨੇ ਸਾਨੂੰ, ਪਹਿਲਾਂ ਨਹੀਂ ਸੀ ਦਿਖਦੇ ਇੰਝ। ਜੇ ਹੁਣ ਅਸੀਂ ਕਈ ਕਹਿੰਦੇ ਜੀ, ਮੈਂ ਪਿੱਛੇ ਜੇ ਪੜ੍ਹ ਰਿਹਾ ਸੀ ਇੱਕ ਨਾਸਤਿਕ ਦੀ ਪੋਸਟ ਆ, ਰੱਬ ਮਰ ਗਿਆ। ਮੈਂ ਸੋਚਦਾ ਵੀ ਕਮਾਲ ਹੋ ਗਈ ਇਹਨਾਂ ਲੋਕਾਂ ਦੀ ਮਾਨਸਿਕਤਾ ਦੀ। ਮਨੁੱਖ ਤੇ ਵੀ ਪਤਾ ਆਈ ਤੇ ਕਹਿੰਦੇ ਰੱਬ ਮਰ ਗਿਆ। ਕਦੀ ਉਹਨਾਂ ਪੰਛੀਆਂ ਦੇ ਐਂਗਲ ਤੋਂ ਵੀ ਸੋਚ ਕੇ ਦੇਖੋ, ਜਿਹੜੇ ਪੰਛੀ, ਜਿਹੜੇ ਜਾਨਵਰ ਲੰਮੇ ਸਮੇਂ ਤੋਂ ਗੁਲਾਮੀ ਸਹਿ ਰਹੇ ਸਨ, ਅੱਜ ਉਹਨਾਂ ਨੂੰ ਖੁੱਲ੍ਹ ਮਿਲ ਰਹੀ ਹੈ ਤੇ ਕੀ ਉਹ ਕਹਿਣਗੇ ਅੱਜ ਰੱਬ ਜਿੰਦਾ ਹੋਇਆ? ਸਾਨੂੰ 21 ਦਿਨ ਕੈਦ ਰਹਿਣਾ ਪਿਆ ਤੇ ਅਸੀਂ ਸਾਡੇ ਹੱਥ ਖੜੇ ਹੋ ਗਏ, ਪਰ ਜਿਹੜੇ ਪੰਛੀ ਆ ਸਾਲਾਂ ਬੱਧੀ ਕੈਦ ਰਹਿੰਦੇ ਨੇ, ਸ਼ੇਰ ਵਰਗੇ ਜਾਂ ਹੋਰ ਕੋਈ, ਉਹਨਾਂ ਬਾਰੇ ਕਦੀ ਕਿਸੇ ਨੇ ਸੋਚਿਆ ਨਹੀਂ? ਜੀ ਬਿਲਕੁਲ, ਸਾਨੂੰ ਹਰ ਐਂਗਲ ਤੋਂ ਸੋਚਣਾ ਪਵੇਗਾ। ਔਰ ਮੈਂ ਸੋਚਦਾ ਵੀ ਇਹਨੂੰ ਹੀ ਕਰਮ ਫਿਲਾਸਫੀ ਕਹਿੰਦੇ ਆ। ਅਸੀਂ ਜੋ ਕੁਦਰਤ ਨੂੰ ਦਿੱਤਾ, ਕੁਦਰਤ ਇਨ ਰਿਟਰਨ ਸਾਨੂੰ ਦੇ ਰਹੀ ਹੈ। ਕੁਦਰਤ ਨਾਲ ਖਿਲਵਾੜ ਕੀਤਾ, ਅੱਜ ਕੁਦਰਤ ਹੀ ਸਾਡੇ ਇਸ ਦੁੱਖ ਦਾ ਕਾਰਨ ਬਣ ਰਹੀ ਹੈ। ਤਾਂ ਲੋੜ ਹੈ ਅਸੀਂ ਗੁਰੂ ਦੀ ਸ਼ਰਨੀ ਆਈਏ, ਬਲਿਹਾਰੀ ਕੁਦਰਤ ਵਸਿਆ, ਹਰ ਇੱਕ ਐਂਗਲ ਤੋਂ ਗੁਰ ਸਿਧਾਂਤ ਦਾ ਅਮਲ ਕਰੀਏ ਤੇ ਸਤਿਗੁਰੂ ਜੀ ਰਹਿਮਤ ਕਰਨਗੇ ਜੀ। ਇਹ ਜੋਤ ਸਿੰਘ ਖਾਲਸਾ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਰੋਨਾ ਵਾਇਰਸ ਤੋਂ ਜਿਵੇਂ ਇੱਕ ਡਰ ਫੈਲਿਆ ਹੋਇਆ, ਇਸ ਤੋਂ ਪਰਹੇਜ਼ਤਾ ਰੱਖਣੇ ਸਾਨੂੰ ਗੁਰੂ ਪਾਤਸ਼ਾਹ ਪਹਿਲਾਂ ਹੀ ਦੱਸ ਗਏ ਸਨ। ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਇੱਕ ਦੂਸਰੇ ਤੋਂ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ, ਪਰ ਵਿਗਿਆਨ ਹੁਣ ਦੱਸ ਰਿਹਾ। ਇੱਕ ਪਾਸੇ ਜਿਹੜੇ ਤਰਕਾਂ ਕਰਦੇ ਨੇ, ਗੁਰਦੁਆਰਿਆਂ ਦੇ ਤਰਕਾਂ ਕਰਦੇ ਨੇ ਜਾਂ ਹੋਰ ਗੱਲਾਂ ਦੇ ਤਰਕਾਂ ਕਰਦੇ ਨੇ, ਉਹਨਾਂ ਨੂੰ ਵੀ ਇਹਨਾਂ ਦੱਸਿਆ ਕਿ ਜਿਵੇਂ ਇੱਕ ਕੁਝ ਪਖੰਡੀ ਤਾਂਤਰਿਕ ਹੁੰਦੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਤੁਹਾਡਾ ਜਿਹੜੀ ਰਾਸ਼ੀਫਲ ਬਦਲ ਦਿਆਂਗੇ, ਰਾਸ਼ੀਫਲ ਦੇ ਵਿੱਚ ਯਾਤਰਾ ਸਫਲ ਰਹੂਗੀ, ਪਰ ਹੁਣ ਬੱਸਾਂ ਟ੍ਰੇਨਾਂ ਸਭ ਕੁਝ ਬੰਦ ਹੈਗਾ। ਉਸ ਚੀਜ਼ ਬਾਰੇ ਵੀ ਵਿਚਾਰ ਚਰਚਾ ਕੀਤੀ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।